ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਇਸ ਸਟੂਡੀਓ ਦੇ ਵਿੱਚੋਂ ਫਿਰ ਇੱਕ ਵਾਰ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਮੈਂ ਤਾਂ ਕਿਹਾ ਵੀ ਪਿਛਲੇ ਕਈ ਵਰ੍ਹਿਆਂ ਤੋਂ, ਪਰ ਵਿੱਚ ਵਿਚਾਲੇ ਅਸੀਂ 8-9 ਦਿਨ ਦੇ ਲਈ ਇੰਗਲੈਂਡ ਦੇ ਵਿੱਚ ਸੀ ਤੇ ਹੁਣ ਅਸੀਂ ਵਾਪਸ ਪਰਤ ਆਏ ਹਾਂ। ਇੰਗਲੈਂਡ ਦੇ ਵਿੱਚ ਕਈ ਥਾਵਾਂ ਤੇ ਜਾ ਕੇ ਅਸੀਂ ਪੰਜਾਬੀ ਪਿਆਰਿਆਂ ਦੇ ਨਾਲ ਗੱਲਬਾਤ ਕੀਤੀ ਹੈ। ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਗਏ, ਟਰੱਕ ਵਾਲੇ ਵੀਰਾਂ ਨਾਲ ਵੀ ਗੱਲਬਾਤ ਕੀਤੀ ਹੈ। ਜਿਹੜੇ ਇਮਾਰਤਾਂ ਦੀ ਉਸਾਰੀ ਕਰਦੇ ਆ, ਕੰਸਟਰਕਸ਼ਨ ਦਾ ਕੰਮ ਕਰਦੇ ਆ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਬਾਕੀ ਵੀ ਜਿੱਥੇ ਜਿੱਥੇ ਜਿਵੇਂ ਜਿਵੇਂ ਮੌਕਾ ਮਿਲਿਆ ਅਸੀਂ ਕੰਮਕਾਜ ਕਰਦੇ ਰਹੇ ਹਾਂ। ਪਰ ਇੱਕ ਵਾਰ ਫਿਰ ਸਟੂਡੀਓ ਦੇ ਵਿੱਚੋਂ ਹਾਜ਼ਰ ਆ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਹਰਮਨ ਜੀ ਦਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਚਾਲ ਨੇ? ਮੈਂ ਠੀਕ ਹਾਂ, ਚੜ੍ਹਦੀ ਕਲਾ ਚ। ਕਿਵੇਂ ਦਾ ਮਹਿਸੂਸ ਕਰ ਰਹੇ ਹੋ ਅੱਜ ਦੁਬਾਰਾ? ਆਈ ਫੀਲ ਗੁੱਡ। ਓ ਮਾਈ ਗॉड, ਯਾ ਅਸਰ ਹੋ ਗਿਆ। ਯਾ ਆਹਾਂ, ਕੀ ਸਿੱਖ ਕੇ ਆਏ ਹੋ ਇੰਗਲੈਂਡ ਦੀ ਧਰਤੀ ਤੋਂ? ਮੈਂ ਬਹੁਤ ਕੁਝ ਸਿੱਖ ਕੇ ਆਇਆ ਜੀ। ਪੰਜਾਬੀ ਕਿਵੇਂ ਕਿਰਤ ਕਰਦੇ ਆ ਇਹ ਸਿੱਖੀ ਹੈ। ਬਿਲਕੁਲ। ਪੰਜਾਬੀ ਦੇਸ਼ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਗਏ ਆ, ਉਹਨਾਂ ਨੇ ਇੱਕ ਨਵਾਂ ਪੰਜਾਬ ਕਿਵੇਂ ਵਸਾ ਲਿਆ ਇਹ ਦੇਖਿਆ ਤੇ ਸਿੱਖਿਆ ਜੀ। ਪੰਜਾਬੀ ਕਿਸ ਤਰੀਕੇ ਨਾਲ ਦੂਜੇ ਦੀ ਵੀ ਮਦਦ ਕਰਦੇ ਆ ਇਹ ਵੀ ਸਿੱਖ ਕੇ ਆਏ ਆ। ਗੁਰਦੁਆਰਾ ਸਾਹਿਬਾਨ ਤੇ ਬਾਕੀ ਵੱਖ-ਵੱਖ ਧਾਰਮਿਕ ਥਾਵਾਂ ਦੀ ਕਿਵੇਂ ਉਸਾਰੀ ਹੋਈ ਆ ਇਹ ਵੀ ਦੇਖ ਕੇ ਆਏ ਆ। ਸੋ ਜਿੱਥੇ ਵੀ ਗਏ ਆ ਪੰਜਾਬੀਆਂ ਦੀ ਮੁਹੱਬਤ ਨੇ ਕੀ ਲਿਆ। ਜਿਹੜੇ ਵੀ ਚੱਜ ਦਾ ਵਿਚਾਰ ਨੂੰ ਮੁਹੱਬਤ ਕਰਦੇ ਆ ਭੈਣਾ ਵੀਰ, ਉਹਨਾਂ ਨੇ ਐਸੀ ਗਲਵਕੜੀ ਪਾਈ, ਉਹਨਾਂ ਨੇ ਐਸੀ ਸਾਂਝ ਪਾਈ ਵੀ ਇਹ ਲੰਮੇ ਸਮੇਂ ਤੱਕ ਚੇਤੇ ਦੀ ਚੰਗੇਰ ਦੇ ਵਿੱਚ ਜਮ੍ਹਾਂ ਰਹਿਣੀ ਹੈ। ਬਿਲਕੁਲ ਸਹੀ ਹੈ। ਚੇਤੇ ਦੀ ਸਲੇਟ ਦੇ ਉੱਤੇ ਉਕਰੀ ਰਹਿਣੀ ਆ। ਧੰਨਵਾਦ ਆ, ਤੁਸੀਂ ਸਾਨੂੰ ਊਣਿਆਂ ਪਾਉਣਿਆਂ ਨੂੰ ਵੀ ਸਵੀਕਾਰ ਕੀਤਾ। ਬਿਲਕੁਲ, ਅਸੀਂ ਦਿਲੀ ਤੌਰ ਤੇ ਤੁਹਾਡੇ ਧੰਨਵਾਦੀ ਹਾਂ। ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ, ਪ੍ਰਾਈਮ ਏਸ਼ੀਆ ਟੀਵੀ ਨੂੰ ਇੰਨਾ ਪਿਆਰ ਦਿੱਤਾ, ਚੱਜ ਦਾ ਵਿਚਾਰ ਪ੍ਰੋਗਰਾਮ ਨੂੰ ਇੰਨਾ ਪਿਆਰ ਦਿੱਤਾ। ਸੋ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਰਵਾਂਗੇ ਕਿ ਉਮੀਦਾਂ ਤੇ ਖਰੇ ਉਤਰਦੇ ਰਹੀਏ। ਤੇ ਬਾਕੀ ਹੁਣ ਟਾਣਾ ਸਾਹਿਬ ਮੌਸਮ ਦੀ ਹਾਲ ਬਿਆਨੀ ਕਰ ਦਿਓ, ਕਿਵੇਂ ਲੱਗਿਆ? ਦੇਖੋ ਜੀ, ਜਿਹੜਾ ਤਾਂ ਇੰਗਲੈਂਡ ਦਾ ਉਹ ਜਦੋਂ ਅਸੀਂ ਗਏ ਸੀ ਗਰਮੀ ਬੜੀ ਸੀ, ਫਿਰ ਪੈ ਗਿਆ ਮੀਂਹ ਤੇ ਠੰਡ ਜੀ ਹੋ ਗਈ। ਸੋ ਐਂ ਜੇ ਝਕਾਨੀ ਚੱਲਦੀ ਸੀ। ਪਰ ਜਿਹੜਾ ਪੰਜਾਬ ਦਾ ਮੌਸਮ ਆ ਇਹ ਗਰਮੀ ਵਾਲਾ। ਪੰਜਾਬ ਦੇ ਵਿੱਚ ਤਿੱਖੜ ਧੁੱਪ ਨਿਕਲੀ ਅੱਜ ਵੀ। ਜਲੰਧਰ ਦੇ ਵਿੱਚ ਲੰਘੇ ਕੱਲ ਰਾਤ ਦੇ ਵੇਲੇ ਥੋੜੇ ਕੁ ਮਿੰਟਾਂ ਵਾਸਤੇ ਕੁਝ ਕੁ ਹਿੱਸਿਆਂ ਦੇ ਵਿੱਚ ਮੀਂਹ ਪਿਆ। ਉਹਨੂੰ ਵੇਖ ਕੇ ਇਉਂ ਲੱਗਦਾ ਸੀ ਵੀ ਕਮਾਲਾਂ ਹੋ ਗਈਆਂ, ਵੱਟ ਨਿਕਲ ਗਏ, ਬਸ ਗਰਮੀ ਚੱਕੀ ਗਈ। ਕਿਉਂਕਿ 2-3 ਸੱਜਣਾਂ ਨੂੰ ਮੈਂ ਫੋਨ ਕਰਕੇ ਪੁੱਛਿਆ, ਉਹ ਕਹਿੰਦੇ ਵੀ ਸਾਡੇ ਤਾਂ ਕਣੀਆਂ ਦਾ ਪ੍ਰਬੰਧ ਹੋਈ ਜਾਂਦਾ। ਪਰ ਐਂ ਹੋਇਆ ਨਹੀਂ। ਜਦੋਂ ਅਸੀਂ ਇੱਥੇ ਆਏ ਧੁੱਪ ਬੜੀ ਤਿੱਖੀ ਸੀ, ਐਂ ਹੀ ਸੀ। ਹਾਂ ਸੱਚੀ ਆਈ ਸੀ। ਪਰ ਕਹਿੰਦੇ ਹੈ ਕਿ ਸ਼ਾਇਦ ਮੀਂਹ ਪੈਣਾ ਹੈ ਆਹ 2-3 ਦਿਨਾਂ ਦੇ ਵਿੱਚ। ਪੈ ਜੇ, ਕੋਈ ਇਤਰਾਜ਼ ਨਹੀਂ। ਬਿਲਕੁਲ, ਲੋੜ ਵੀ ਪੈ ਜੇ। ਹਾਂ ਪੈ ਜੇ। ਤੇ ਬਾਕੀ ਹੁਣ ਚੱਜ ਦੇ ਵਿਚਾਰ ਦੀ ਸਾਂਝ ਪਾ ਲਓ। ਦੇਖੋ ਬਈ, ਚੱਜ ਦਾ ਵਿਚਾਰ ਇਹ ਹੈ ਵੀ ਕਿਸਮਤ ਵਾਲੇ ਲੋਕ ਉਹ ਨਹੀਂ ਜਿਨ੍ਹਾਂ ਨੂੰ ਸਭ ਕੁਝ ਚੰਗਾ ਮਿਲਦਾ। ਕਿਸਮਤ ਵਾਲੇ ਲੋਕ ਉਹ ਨਹੀਂ ਜਿਨ੍ਹਾਂ ਨੂੰ ਸਭ ਕੁਝ ਚੰਗਾ ਮਿਲਦਾ। ਕਿਸਮਤ ਵਾਲੇ ਲੋਕ ਉਹ ਹਨ ਜਿਨ੍ਹਾਂ ਨੂੰ ਕੁਝ ਵੀ ਮਿਲਦਾ ਤੇ ਉਹ ਉਹਨੂੰ ਚੰਗਾ ਬਣਾ ਲੈਂਦੇ ਆ। ਵਾਹ ਵਾਹ। ਵੀ ਹਰ ਵਾਰ ਸਾਨੂੰ ਸਾਡੀਆਂ ਇਛਾਵਾਂ ਦੇ ਮੁਤਾਬਕ ਹੀ ਚੀਜ਼ਾਂ ਮਿਲਣ, ਸਹੂਲਤਾਂ ਮਿਲਣ। ਇੱਦਾਂ ਕਦੇ ਹੋਇਆ ਨਹੀਂ ਤੇ ਇੱਦਾਂ ਕਦੇ ਹੋਣਾ ਨਹੀਂ। ਸੋ ਜਿਹੜੇ ਲੋਕ ਵੀ ਮਿਹਨਤ ਕਰਦੇ ਆ, ਮੁਸ਼ੱਕਤ ਕਰਦੇ ਆ, ਦਿਲ ਲਾ ਕੇ ਕੰਮ ਕਰਦੇ ਆ ਤੇ ਉਹ ਹਰ ਹਾਲਾਤ ਨੂੰ ਸੁਖਾਵਾਂ ਬਣਾ ਲੈਂਦੇ ਆ, ਉਹ ਕਿਸਮਤ ਵਾਲੇ ਆ। ਬਿਲਕੁਲ ਸਹੀ ਹੈ। ਮਿਹਨਤ ਕਰਨ ਵਾਲੇ ਕਿਸਮਤ ਵਾਲੇ ਹੁੰਦੇ ਆ, ਕਿਉਂਕਿ ਜਦੋਂ ਮਿਹਨਤ ਕਰਦੇ ਨੇ ਕਿਸਮਤ ਸਾਥ ਦਿੰਦੀ ਹੈ ਤੇ ਉਹ ਸਭ ਕੁਝ ਹਾਸਲ ਕਰ ਲੈਂਦੇ ਨੇ। ਜੇਕਰ ਰਜਾਈ 'ਚ ਬੈਠ ਕੇ ਸੋਚਿਆ ਜਾਵੇ ਵੀ ਮੈਂ ਇੱਕ ਦਿਨ ਬਹੁਤ ਅੱਗੇ ਵੱਧ ਜਾਣਾ, ਮੈਂ ਇੱਕ ਉੱਚਾ ਮੁਕਾਮ ਹਾਸਲ ਕਰ ਲੈਣਾ, ਮੈਂ ਤਾਂ ਬਹੁਤ ਅੱਗੇ ਨਿਕਲ ਕੇ ਤੇ ਨਾ ਚਮਕਾ ਲੈਣਾ, ਤਾਂ ਇਦਾਂ ਨਹੀਂ ਹੁੰਦਾ। ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪਊਗੀ। ਕਿਸਮਤ ਕੱਲਾ ਰਜਾਈ 'ਚ ਬੈਠ ਕੇ ਸਾਥ ਨਹੀਂ ਦਿੰਦੀ। ਕਿਸਮਤ ਹਮੇਸ਼ਾ ਕਿਰਤ ਕਰਨ ਵਾਲਿਆਂ ਦਾ, ਹਮੇਸ਼ਾ ਮਿਹਨਤ ਕਰਨ ਵਾਲਿਆਂ ਦਾ ਸਾਥ ਦਿੰਦੀ ਹੈ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਆਉਣ ਦਿਓ। ਮਨੁੱਖ ਨੂੰ ਆਪਣੇ ਆਉਣ ਵਾਲੇ ਕੱਲ ਬਾਰੇ ਪਤਾ ਨਹੀਂ ਹੁੰਦਾ। ਮਨੁੱਖ ਨੂੰ ਆਪਣੇ ਭਵਿੱਖ ਬਾਰੇ ਨਹੀਂ ਪਤਾ ਹੁੰਦਾ, ਪਰ ਆਪਣੀਆਂ ਆਦਤਾਂ ਬਾਰੇ ਪਤਾ ਹੁੰਦਾ ਜੇ ਮੰਨੇ ਤਾਂ। ਜੀ, ਜੇਕਰ ਮਨੁੱਖ ਆਪਣੀਆਂ ਮਾੜੀਆਂ ਆਦਤਾਂ ਬਦਲ ਲਵੇ ਤਾਂ ਨਿਸ਼ਚਿਤ ਰੂਪ ਵਿੱਚ ਆਪਣਾ ਭਵਿੱਖ ਵੀ ਬਦਲ ਲਏਗਾ। ਇਹ ਬੜੀ ਮਹੱਤਵਪੂਰਨ ਗੱਲ ਆ ਵੀ ਸਾਨੂੰ ਸਾਰੀ ਦੁਨੀਆ ਬਾਰੇ ਪਤਾ ਹੁੰਦਾ ਵੀ ਗਲਤ ਕੌਣ ਆ। ਸਾਨੂੰ ਸਿਰਫ ਇਹ ਨਹੀਂ ਪਤਾ ਹੁੰਦਾ ਕਿ ਗਲਤ ਮੈਂ ਵੀ ਹਾਂ। ਜੀ, ਸਾਨੂੰ ਇਹ ਪਤਾ ਹੁੰਦਾ ਵੀ ਕਿਹਨੂੰ ਕੀ ਨਹੀਂ ਕਰਨਾ ਚਾਹੀਦਾ ਤੇ ਕਿਹਨੂੰ ਕੀ ਜ਼ਰੂਰ ਕਰਨਾ ਚਾਹੀਦਾ, ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਨੂੰ ਕੀ ਨਹੀਂ ਕਰਨਾ ਚਾਹੀਦਾ ਤੇ ਕੀ ਜ਼ਰੂਰ ਕਰਨਾ ਚਾਹੀਦਾ। ਜਦੋਂ ਅਸੀਂ ਤੁਲਨਾ ਕਰਕੇ ਦੇਖਦੇ ਆ ਨਾ, ਮੈਂ ਨਹੀਂ ਕਹਿੰਦਾ ਵੀ ਸਾਡੇ ਸਾਰੇ ਪੰਜਾਬੀਆਂ ਦੀ ਆਦਤ ਇੱਕੋ ਜਿਹੀ ਆ, ਪਰ ਕੁਝ ਇੱਕ ਜਿਹੜੇ ਕਿ ਕਿਸੇ ਬਾਰੇ ਕੁਝ ਵੀ ਕਹਿੰਦੇ ਆ, ਉਹਨਾਂ ਦੀ ਤੁਲਨਾ ਜਦੋਂ ਵਿਦੇਸ਼ਾਂ ਦੇ ਵਿੱਚ ਵਸਦੇ ਲੋਕਾਂ ਨਾਲ ਕਰਦੇ ਆ ਨਾ, ਤਾਂ ਉਦੋਂ ਮਨ ਦੇ ਵਿੱਚ ਇਹ ਖਿਆਲ ਆਉਂਦਾ ਵੀ ਜੇਕਰ ਬਾਹਰਲੇ ਬੰਦੇ ਨੂੰ ਕਿਸੇ ਨੂੰ ਇਹ ਗੱਲ ਕਹੀ ਜਾਵੇ ਕਿ ਇਹਦੇ ਬਾਰੇ ਕੀ ਕਹੇਗਾ, ਉਹਨੂੰ ਨਹੀਂ ਜਾਣਕਾਰੀ ਤਾਂ ਉਹ ਕਹੂਗਾ ਨੋ ਕਮੈਂਟ, ਸੌਰੀ, ਬਿਲਕੁਲ ਨੋ ਕਮੈਂਟ, ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ। ਸਾਡੇ ਵਾਲੇ ਪਾਸੇ ਜਿਹਨੂੰ ਮਰਜ਼ੀ ਪੁੱਛ ਲਓ, ਉਹਨੂੰ ਪਤਾ ਹੀ ਹੁੰਦਾ, ਉਹਨੂੰ ਕੱਖ ਨਾ ਪਤਾ ਹੋਵੇ, ਪਰ ਕਹੂਗਾ ਬੰਦਾ ਗਲਤ ਆ। ਹਾਂ, ਇਹਨੂੰ ਐਂ ਕਰ ਲੈਣਾ ਚਾਹੀਦਾ ਸੀ, ਇਹਨੂੰ ਫਲਾਣੀ ਗੱਲ ਦੇ ਬਾਰੇ ਇਲਮ ਨਹੀਂ ਸੀ, ਜੇ ਕਿਤੇ ਮੇਰੀ ਰਾਏ ਲਈ ਹੁੰਦੀ ਇਹਨੇ ਇਉਂ ਹੋ ਜਾਣਾ ਸੀ। ਯਾਨੀ ਕਿ ਆਪਣੇ ਨੋ ਕਮੈਂਟ, ਮੈਂ ਇਹਦੇ ਬਾਰੇ ਕੋਈ ਵਿਚਾਰ ਨਹੀਂ ਪੇਸ਼ ਕਰ ਸਕਦਾ, ਮੈਨੂੰ ਇਹਦੇ ਬਾਰੇ ਜਾਣਕਾਰੀ ਦੀ ਘਾਟ ਆ,
ਇਹ ਗੱਲ ਕਹਿਣ 'ਚ ਆਪਾਂ ਹੇਠੀ ਸਮਝਦੇ ਹਾਂ, ਬਿਲਕੁਲ ਸਹੀ ਜਦ ਕਿ ਆਪਾਂ ਜਾਣਕਾਰੀ ਹਰ ਕਿਸੇ ਚੀਜ਼ ਦੀ ਰੱਖਦੇ ਹੋਈਏ ਇਹਦੇ ਬਾਰੇ ਕੋਈ ਜ਼ਰੂਰੀ ਨਹੀਂਗਾ। ਜੀ ਇਹ ਸੋ ਸੰਭਵ ਆਪਾਂ ਵੀ ਨਹੀਂ ਹੈ। ਕਹਿਣਾ ਸਿੱਖੀਏ ਕਿ ਨਹੀਂ ਹਾਂ ਮੈਨੂੰ ਨਹੀਂ ਇਹਦੇ ਬਾਰੇ ਪਤਾ, ਤੇ ਜਿਹੜੀ ਚੀਜ਼ ਬਾਰੇ ਪਤਾ ਤੇ ਉਹਦੇ ਬਾਰੇ ਕਹੀਏ ਹਾਂ ਮੈਨੂੰ ਪਤਾ। ਬਿਲਕੁਲ ਸਹੀ ਹੈ। ਤੇ ਐਵੇਂ ਜਿਹਦੇ ਬਾਰੇ ਨਹੀਂ ਪਤਾ ਉਹਦੇ ਬਾਰੇ ਇਹ ਕਹੀਏ ਵੀ ਹਾਂ ਮੈਨੂੰ ਪਤਾ, ਇਹ ਗਲਤ ਗੱਲ ਹੁੰਦੀ ਹੈ। ਉੱਥੇ ਇੱਕ ਬੰਦਾ ਆਪਣਾ ਭਰਾ ਹੀ ਆ ਇੰਗਲੈਂਡ ਦੇ ਵਿੱਚ ਮਿਲਿਆ, ਉਹ ਮੈਨੂੰ ਕਹਿੰਦਾ ਜੀ ਕਿ ਫਲਾਣੇ ਬੰਦੇ ਨੂੰ ਬਹੁਤ ਸਾਰੀਆਂ ਗਾਲਾਂ ਪੈਂਦੀਆਂ ਫਲਾਣੇ ਮੀਡੀਆ ਤੇ, ਸੋਸ਼ਲ ਮੀਡੀਆ ਤੇ ਮੈਂ ਕਿਹਾ ਮਿੰਟ ਇੱਕ ਦੇ ਵਿੱਚ ਤੈਨੂੰ 5000 ਗਾਲ ਕਢਵਾਈਏ। ਕਹਿੰਦਾ ਕਿਵੇਂ? ਮੈਂ ਕਿਹਾ ਉੱਤੇ ਸਿਰਫ ਇਹ ਲਿਖਣ ਦੀ ਲੋੜ ਆ ਵੀ ਇਹ ਬੰਦਾ ਚੰਗਾ ਹੈ ਜਾਂ ਮਾੜਾ, ਦਿਓ ਆਪਣੇ ਵਿਚਾਰ। 70% ਦੀ ਕਹਿਣਗੇ ਬਿਲਕੁਲ ਗਲਤ ਹੈ, ਇਹ ਬੰਦਾ ਚੰਗਾ ਹੀ ਨਹੀਂ ਹੈ, ਇਹ ਬੰਦਾ ਮਾੜਾ ਹੀ ਹੈ, ਮੈਂ ਤਾਂ ਬੜੇ ਚਿਰ ਤੋਂ ਜਾਣਦਾ ਹਾਂ। 30% ਕਹਿਣਗੇ ਹੀਰਾ ਹੈ, ਇਹ ਨਾਈਸ ਹੈ, ਇਹ ਬਚਪਨ ਤੋਂ ਹੀ ਚੰਗਾ ਹੈ। ਨਾ ਤਾਂ ਮਾੜਾ ਕਹਿਣ ਵਾਲਿਆਂ ਨੂੰ ਕੁਝ ਪਤਾ ਹੋਣਾ, ਨਾ ਚੰਗਾ ਕਹਿਣ ਵਾਲਿਆਂ ਨੂੰ ਕੁਝ ਪਤਾ ਹੋਣਾ। ਸੋ ਪਰ ਉਹਨਾਂ ਨੇ ਆਪੋ ਆਪਣੇ ਵਿਚਾਰ ਦੇਈ ਜਾਣੇ ਆ। ਕਿਸੇ ਨੇ ਇਹ ਨਹੀਂ ਗੱਲ ਕਹਿਣੀ ਵੀ ਮੈਂ ਤਾਂ ਜਾਣਦਾ ਨਹੀਂ, ਜਦੋਂ ਮੈਂ ਜਾਣਿਆ ਤੇ ਉਦੋਂ ਮੈਂ ਇਹਦੇ ਬਾਰੇ ਵਿਚਾਰ ਪੇਸ਼ ਕਰਾਂਗਾ। ਸੋ ਆਹ ਕੁਝ ਚੱਲਦਾ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਹੁਣੇ ਤਾਜ਼ੇ ਇੰਗਲੈਂਡ ਦੀ ਧਰਤੀ ਤੋਂ ਘੁੰਮ ਕੇ ਆਏ ਆ, ਤੇ ਮੈਂ ਚਾਹੁੰਦੀ ਆ ਵੀ ਉਹਦੇ ਬਾਰੇ ਚ ਜ਼ਰੂਰ ਗੱਲ ਕਰੀਏ ਵੀ ਉੱਥੇ ਕਿਹੜੀਆਂ ਚੀਜ਼ਾਂ ਬਹੁਤ ਚੰਗੀਆਂ ਲੱਗੀਆਂ, ਕਿਹੜੀਆਂ ਗੱਲਾਂ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਤੇ ਕੀ ਵੇਖਿਆ। ਦੇਖੋ ਗੱਲ ਇਹ ਹੈ ਵੀ ਅਸੀਂ ਬਹੁਤਾ ਤਾਂ ਨਹੀਂ ਕਹਿ ਸਕਦੇ ਵੀ ਫਲਾਣੀ ਥਾਂ ਤੇ ਵੀ ਘੁੰਮ ਕੇ ਆਏ ਆ, ਕਿਉਂਕਿ ਸੰਖੇਪ ਦੌਰਾ ਸੀ। ਇਸ ਦੌਰੇ ਦੇ ਵਿੱਚ 3 ਦਿਨ ਵਿਆਹ ਦੇ ਉੱਤੇ ਵੀ ਗਏ ਜਿਨ੍ਹਾਂ ਨੇ ਕਿ ਬੁਲਾਇਆ ਵੀ ਸੀ। ਸੋ ਉਸ ਵਿਆਹ ਦੇ ਵਿੱਚ ਦੇਖਿਆ ਜੀ ਪਹਿਲੀ ਵਾਰ ਵੀ ਗੋਰੇ ਕਿਵੇਂ ਨੱਚਦੇ ਆ ਪੰਜਾਬੀ ਗਾਣਿਆਂ ਦੇ ਉੱਤੇ, ਇਹ ਚੀਜ਼ ਵੱਖਰੀ ਦੇਖਣ ਨੂੰ ਮਿਲੀ ਆ। ਉੱਥੇ ਵੀ ਪੰਜਾਬੀ ਕਿਵੇਂ ਇਕੱਠੇ ਹੋ ਕੇ ਤੇ ਖੁਸ਼ੀਆਂ ਦੇ ਵਿੱਚ ਸਾਂਝ ਪਾਉਂਦੇ ਆ, ਇਹ ਗੱਲ ਦੇਖੀ ਆ। ਜਾਗੋ ਨਿਕਲਦੀ ਵੀ ਦੇਖੀ ਆ, ਹੋਰ ਬੜਾ ਕੁਝ ਦੇਖ ਕੇ ਆਏ ਆ। ਪਰ ਗੱਲ ਵੀ ਜਦੋਂ ਕੈਕਸਟਨ ਹਾਲ ਦੇ ਵਿੱਚ ਗਏ, ਉਹ ਦੇਖਣ ਦੇ ਲਈ ਗਏ ਸ਼ਹੀਦ ਊਧਮ ਸਿੰਘ ਨੇ ਜਿੱਥੇ ਕਿ ਗੋਲੀ ਮਾਰੀ ਸੀਗੀ ਓਡਵਾਇਰ ਨੂੰ, ਜੀ ਮਾਈਕਲ ਓਡਵਾਇਰ ਨੂੰ, ਤੇ ਉਹ ਥਾਂ ਦੇਖ ਕੇ ਬੰਦਾ ਭਾਵੁਕ ਵੀ ਹੁੰਦਾ ਵੀ ਇਹ ਸਾਡੇ ਸ਼ਹੀਦਾਂ ਦੀ ਧਰਤੀ ਆ ਜੀ। ਇਸ ਥਾਂ ਦੇ ਉੱਤੇ ਸ਼ਹੀਦ ਊਧਮ ਸਿੰਘ ਨੇ ਕਿਵੇਂ ਬਦਲਾ ਲਿਆ, ਉਹ ਸਾਰਾ ਕੁਝ ਚੇਤੇ ਦੇ ਵਿੱਚ ਆਉਂਦਾ ਜਦੋਂ, ਤੇ ਬੜੇ ਮਨ ਦੇ ਵਿੱਚ ਸਵਾਲ ਖੜੇ ਹੁੰਦੇ ਆ, ਅੰਦਰਾ ਪਸੀਜਾ ਜਾਂਦਾ ਜੀ। ਫਿਰ ਉਸ ਤੋਂ ਬਾਅਦ ਉਹ ਕੰਧਾਂ ਵੀ ਦੇਖੀਆਂ ਜਿਹਦੇ ਵਿੱਚ ਕੋਹੇ ਨੂਰ ਹੀਰਾ ਕੈਦ ਕੀਤਾ ਹੋਇਆ। ਫਿਰ ਉੱਥੇ ਜਿਹੜਾ ਟਾਵਰ ਬ੍ਰਿਜ ਵੀ ਦੇਖਿਆ ਜੀ। ਫਿਰ ਉੱਥੇ ਜਿਹੜਾ ਉਹ ਕੀ ਸੀ, ਲੰਡਨ ਆਈ ਬਈ ਲੰਡਨ ਦੀ ਅੱਖ ਆ ਜਿਹੜੀ, ਉਹ ਉਹਦਾ ਮਤਲਬ ਇਹ ਆ ਵੀ ਇੱਕ ਬਹੁਤ ਵੱਡਾ ਝੂਲਾ ਜਿਵੇਂ ਕਿ ਚੰਡੋਲ ਹੁੰਦੀ ਹੈ, ਉਹ ਇਹ ਪਰਤਾਂ ਨੂੰ ਜਾਣ ਵਾਲਾ ਹੈ। ਇਹ ਕਹਿੰਦੇ ਵੀ 30-40 ਮਿੰਟਾਂ ਦੇ ਵਿੱਚ ਇੱਕ ਗੇੜਾ ਕੱਢਦਾ ਹੈ, ਤੁਸੀਂ ਬੈਠ ਕੇ ਹੌਲੀ ਐ ਜਾਂਦਾ ਹੈ, ਹੌਲੀ ਤੇ ਤੁਹਾਨੂੰ ਫਿਰ ਸਾਰਾ ਲੰਡਨ ਉਤਲੇ ਪਾਸਿਓਂ ਦਿਸਦਾ। ਅਸੀਂ ਉਹਦੇ 'ਚ ਬੈਠੇ ਨਹੀਂ, ਪਰ ਉਹਨੂੰ ਦੇਖ ਕੇ ਚੰਗਾ ਲੱਗਾ ਵੀ ਯਾਰ ਇਹ ਥਾਵਾਂ ਜਿਹੜੀਆਂ ਉੱਥੇ ਚਹਿਲ ਕਦਮੀ ਬਹੁਤ ਸੀ। ਬਿਲਕੁਲ ਸਹੀ, ਉੱਥੇ ਪਹਿਲ ਕਦਮੀ ਬਹੁਤ ਸੀ। ਪਰ ਤੁਸੀਂ ਉੱਥੇ ਇੱਕ ਗੱਲ ਦੇ ਵੱਲ ਖਿਆਲ ਕੀਤਾ ਟਾਣਾ ਸਾਹਿਬ, ਮੈਂ ਕਿਸੇ ਨੂੰ ਮਾੜਾ ਜਾਂ ਚੰਗਾ ਨਹੀਂ ਕਹਿ ਰਹੀ, ਪਰ ਮੈਂ ਇੱਕ ਕਹਿ ਲਓ ਸੁਭਾਅ ਦੀ ਗੱਲ ਕਰ ਰਹੀ ਹਾਂ। ਤੁਸੀਂ ਉੱਥੇ ਇਹ ਚੀਜ਼ ਵੇਖੀ ਕਿ ਉੱਥੇ ਵੀ ਬਹੁਤ ਜ਼ਿਆਦਾ ਇਕੱਠ ਸੀ, ਬਹੁਤ ਸਾਰੇ ਲੋਕ ਸੀ, ਉੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਸੀ। ਬਿਲਕੁਲ, ਕੋਈ ਕਿਸੇ ਨੂੰ ਮਿੱਧਦਾ ਨਹੀਂ ਸੀ, ਕੋਈ ਕਿਸੇ ਨੂੰ ਫਾਲਤੂ ਚ ਕੂਣੀ ਮਾਰ ਕੇ ਨਹੀਂ ਸੀ ਲੰਘਦਾ, ਕੋਈ ਕਿਸੇ ਦੇ ਨਾਲ ਖਹਿ ਕੇ ਨਹੀਂ ਸੀ ਲੰਘਦਾ। ਹਰ ਇੱਕ ਬੰਦਾ ਆਪਣੇ ਹਿਸਾਬ ਨਾਲ ਜਾ ਰਿਹਾ ਸੀ, ਕੋਈ ਕਿਸੇ ਨੂੰ ਮਾੜਾ ਚੰਗਾ ਨਹੀਂ ਸੀ ਕਹਿ ਰਿਹਾ, ਕਿਸੇ ਦਾ ਖਿਆਲ ਹੀ ਨਹੀਂ ਸੀ ਵੀ ਕੌਣ ਆਇਆ ਕੌਣ ਨਹੀਂ ਆਇਆ। ਹਰ ਇੱਕ ਬੰਦਾ ਆਪਣੀ ਧੁਨ ਦੇ ਵਿੱਚ ਸਵਾਰ ਸੀ ਤੇ ਉਹ ਆਪਣਾ ਕੰਮ ਕਰ ਰਿਹਾ ਸੀ। ਬਿਲਕੁਲ ਸਹੀ ਗੱਲ। ਇੰਨੀ ਭੀੜ ਦੇ ਵਿੱਚ ਇੰਨੀ ਤਰਤੀਬ ਹੋਣੀ ਬਹੁਤ ਵੱਡੀ ਗੱਲ ਹੈ। ਜੇਕਰ ਇੰਨੀ ਭੀੜ ਦੇ ਵਿੱਚ ਵੀ ਗਲਤੀ ਨਾਲ ਕਿਸੇ ਦੇ ਮੋਢੇ ਨਾਲ ਮੋਢਾ ਐ ਖਹਿ ਜੇ ਤਾਂ ਬੰਦਾ ਪਟਕ ਦੇਣੇ ਸੌਰੀ ਕਹਿ ਦਿੰਦਾ ਸੀ ਵੀ ਸੌਰੀ ਜੀ ਕਹਿ ਕੇ, ਤੇ ਉਹ ਅੱਗੇ ਨਿਕਲ ਜਾਂਦਾ ਸੀ। ਆਪਾਂ ਵੀ ਕਹਿੰਦੇ ਸੀ ਕੋਈ ਗੱਲ ਹੀ ਨਹੀਂ ਭਰਾ, ਆਪਾਂ ਇਟਸ ਓਕੇ। ਹਾਂ ਬਿਲਕੁਲ। ਔਰ ਸਭ ਤੋਂ ਚੰਗੀ ਚੀਜ਼ ਜਿਹੜੀ ਉੱਥੇ ਲੱਗੀ, ਅਸੀਂ ਉੱਥੇ ਸ਼ੇਕਸਪੀਅਰ ਹੋਰਾਂ ਦਾ ਪਿੰਡ ਵੀ ਵੇਖਿਆ। ਇਹ ਗੱਲ ਵਿੱਚ ਜ਼ਰੂਰ ਦਰਜ ਕਰਨੀ ਬਣਦੀ ਆ। ਅਸੀਂ ਉੱਥੇ ਵੀ ਦੱਸਿਆ ਸੀ ਇੱਕ ਪ੍ਰੋਗਰਾਮ ਦੇ ਵਿੱਚ ਜਿਹੜੇ ਉੱਥੇ ਕੀਤੇ ਆ। ਸ਼ੇਕਸਪੀਅਰ ਇੱਕ ਬਹੁਤ ਵੱਡਾ ਰਚਨਾਕਾਰ, ਸ਼ੇਕਸਪੀਅਰ ਦੀ ਬਹੁਤ ਵੱਡੀ ਦੇਣ ਸਾਹਿਤ ਖੇਤਰ ਨੂੰ ਤੇ ਨਾਟਕ ਖੇਤਰ ਨੂੰ। ਕਿੰਨੇ ਹੀ ਪਲੇਜ਼। ਬਿਲਕੁਲ, ਮੈਂ ਉਹੀ ਗੱਲ ਕਹਿਣਾ, ਨਾਟਕ ਕਹਿ ਰਿਹਾ ਕਰੋ ਇੱਥੇ ਆ ਕੇ। ਨਾਟਕ, ਮਾਫੀ, ਉਹਨਾਂ ਨੇ ਨਾਟਕ ਸੰਸਾਰ ਜਿਹੜਾ ਸਿਰਜਿਆ ਉਹ ਵੀ ਲਾਜਵਾਬ ਆ। ਪਰ ਅਸੀਂ ਉਸ ਪਿੰਡ ਦੇ ਵਿੱਚ ਜਾ ਕੇ ਜਦੋਂ ਦੇਖਿਆ ਤਾਂ ਮਨ ਨੂੰ ਇਸ ਗੱਲੋਂ ਸਭ ਕੁਝ ਚੰਗਾ ਲੱਗਾ ਵੀ ਯਾਰ ਉੱਥੋਂ ਦੀਆਂ ਸੰਸਥਾਵਾਂ ਨੇ ਤੇ ਉੱਥੋਂ ਦੀਆਂ ਸਰਕਾਰਾਂ ਨੇ ਆਪਣੀਆਂ ਉੱਚ ਦੁਮਾਲੜੀਆਂ ਸ਼ਖਸੀਅਤਾਂ ਨੂੰ ਕਿਵੇਂ ਸੰਭਾਲ ਕੇ ਰੱਖਿਆ। ਪਰ ਸਾਡੇ ਪੰਜਾਬ ਦੇ ਵਿੱਚ ਇੱਦਾਂ ਦੀਆਂ ਸ਼ਖਸੀਅਤਾਂ ਦੇ ਘਰਾਂ ਨੂੰ ਸ਼ਹੀਦਾਂ ਦੇ ਘਰ ਰੁਲ ਰਹੇ ਆ, ਸ਼ਹੀਦਾਂ ਦੀਆਂ ਯਾਦਗਾਰਾਂ ਰੁਲ ਰਹੀਆਂ, ਸਾਹਿਤਕਾਰਾਂ ਦੇ ਘਰ ਰੁਲ ਰਹੇ ਆ। ਪਰ ਉਹਨਾਂ ਨੇ ਉੱਥੇ ਟਿਕਟ ਲਾ ਕੇ ਦਿਖਾਉਣਾ ਸ਼ੁਰੂ ਕੀਤਾ। ਮੇਰਾ ਖਿਆਲ ਹੈ ਕਿ 25 ਕੇ 27 ਪਾਉਂਡ ਦੀ ਇੱਕ ਟਿਕਟ ਸੀ। ਉਹਦੇ ਵਿੱਚ ਦੱਸਦੇ ਆ ਕਿ ਜੀ ਕਿ ਆਹ ਸ਼ੇਕਸਪੀਅਰ ਦਾ ਘਰ ਆ, ਇੱਥੇ ਜਨਮ ਹੋਇਆ, ਆਹ ਰਜਾਈ ਆ, ਆਹ ਉਹਦੀਆਂ ਲਿਖਤਾਂ, ਆਹ ਬੈੱਡ ਆ, ਆਹ ਉਹਦਾ ਕਮਰਾ।
ਤੇ ਆਹ ਉਹਦੀਆਂ ਕਿਤਾਬਾਂ ਤੇ ਇਧਰਲੇ ਪਾਸੇ ਜਾ ਕੇ ਫਿਰ ਉਹਦੇ ਮਾਪਿਆਂ ਦਾ ਕਮਰਾ, ਫਿਰ ਉਹ ਜਿਹੜੇ ਭੰਗੂੜੇ ਦੇ ਵਿੱਚ ਪੈਦਾ ਹੋਇਆ, ਇਹ ਸਾਰੀਆਂ ਗੱਲਾਂ ਦੱਸੀਆਂ ਜਾਂਦੀਆਂ। ਜੀ ਕੱਲੀ ਕੱਲੀ ਚੀਜ਼ ਉਹਨਾਂ ਨੇ ਸੰਭਾਲ ਕੇ ਰੱਖੀ ਆ, ਉਹਦਾ ਕੋਟ ਆ ਉਹਦੀ ਟੋਪੀ ਆ ਉਹਦੇ ਬੂਟ ਆ ਉਹਦੀਆਂ ਜਰਾਬਾਂ, ਇਦਾਂ ਗਲਵਜ਼ ਤੱਕ, ਬਿਸਤਰਾ ਤੱਕ, ਸਾਰਾ ਕੁਝ ਉੱਥੇ ਮੌਜੂਦ ਸੀ। ਉਹਨਾਂ ਨੇ ਦੇਖਣਯੋਗ ਥਾਂ ਬਣਾਤੀ ਨਾ। ਸਾਡੇ ਇਹੋ ਜਿਹੀਆਂ ਥਾਵਾਂ ਦੀ ਘਾਟ ਆ, ਜੀ ਅਸੀਂ ਤਾਂ ਢਾਉਣ ਦੇ ਵਿੱਚ ਹੀ ਯਕੀਨ ਰੱਖਦੇ ਆ। ਸਭ ਤੋਂ ਵੱਡੀ ਚੀਜ਼ ਇਹ ਸੀ ਟਾਣਾ ਸਾਹਿਬ, ਜਿਹਨੇ ਨਾ ਬਹੁਤ ਜ਼ਿਆਦਾ ਮੰਨਦੇ ਹੋ ਪਰ ਅਸਰ ਕੀਤਾ, ਕਿ ਉਹਨਾਂ ਨੇ ਹਰ ਇੱਕ ਉਮਰ ਵਰਗ ਦੇ ਲਈ ਉੱਥੇ ਚੀਜ਼ਾਂ ਰੱਖੀਆਂ ਹੋਈਆਂ ਨੇ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਹਨਾ। ਹੁਣ ਮੰਨ ਲਓ ਇੱਕ ਪੈਨਸਲ ਆ, ਉਹਦੇ ਉੱਤੇ ਵਿਲੀਅਮ ਸ਼ੇਕਸਪੀਅਰ ਦਾ ਨਾਂ ਲਿਖਿਆ ਜਾਂ ਉਹਨਾਂ ਦੀ ਕੋਈ ਕੋਟ ਲਿਖੀ ਆ, ਤੇ ਤੁਸੀਂ ਵੇਖੋ ਵੀ ਜਿਹੜਾ ਬੱਚਾ ਉਸ ਪੈਨਸਲ ਨੂੰ ਵਰਤੂਗਾ ਉਹ ਪੁੱਛੂਗਾ ਕਿ ਵਿਲੀਅਮ ਸ਼ੇਕਸਪੀਅਰ ਕੌਣ ਸੀ, ਕਿਹਦਾ ਨਾਂ ਲਿਖਿਆ ਹੋਇਆ। ਇੱਥੇ ਕਦੇ ਪੰਜਾਬ ਦੇ ਵਿੱਚ ਇਹੋ ਜਿਹਾ ਉਪਰਾਲਾ ਹੋਇਆ ਵੀ ਕਿਸੇ ਪੈਨਸਲ ਦੇ ਉੱਤੇ ਪ੍ਰੋਫੈਸਰ ਮੋਹਨ ਸਿੰਘ ਲਿਖਿਆ ਹੋਵੇ, ਬਲਵੰਤ ਗਾਰਗੀ ਲਿਖਿਆ ਹੋਵੇ, ਅਮਰਤਾ ਪ੍ਰੀਤਮ ਲਿਖਿਆ ਹੋਵੇ, ਕਿਸੇ ਕਾਪੀ ਦੇ ਉੱਤੇ ਲਿਖਿਆ ਹੋਵੇ ਗੁਰਬਖਸ਼ ਸਿੰਘ ਪ੍ਰੀਤਲੜੀ, ਕਿਸੇ ਕੰਧ ਦੇ ਉੱਤੇ ਇਹ ਚੀਜ਼ ਲਿਖੀ ਹੋਵੇ, ਕਦੇ ਤੁਹਾਨੂੰ ਕੋਈ ਇਹੋ ਜਿਹਾ ਕਿਤਾਬਚਾ ਮਿਲਿਆ ਹੋਵੇ, ਕਦੇ ਤੁਹਾਨੂੰ ਇਹ ਹੋਵੇ ਜੀ ਕਿ ਫਲਾਣੀ ਥਾਂ ਦੇ ਉੱਤੇ ਇੱਕ ਬਹੁਤ ਸੋਹਣੀ ਇਮਾਰਤ ਬਣਾਈ ਗਈ ਹੈ ਜਿਹੜੀ ਕਿ ਫਲਾਣੇ ਸਾਹਿਤਕਾਰ ਦੀ ਯਾਦ ਦੇ ਵਿੱਚ ਹੈ, ਉੱਥੇ ਜਾ ਕੇ ਤੁਸੀਂ ਉਸ ਮਿਊਜ਼ੀਅਮ ਦੇ ਵਿੱਚ, ਉਸ ਅਜਾਇਬ ਘਰ ਦੇ ਵਿੱਚ ਸਾਰੀਆਂ ਯਾਦਾਂ ਤਾਜ਼ੀਆਂ ਕਰ ਸਕਦੇ ਹੋ। ਜੀ ਜੀ ਬਿਲਕੁਲ ਵੀ ਨਹੀਂ। ਔਰ ਤੁਸੀਂ ਇਹ ਵੇਖੋ ਕਿ ਉਸ ਥਾਂ ਤੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਸੀ। ਉੱਥੇ ਉਹ ਕਹਿੰਦੇ ਕਿ 3 ਤਰ੍ਹਾਂ ਦੇ ਜਿਹੜੇ ਕਹਿ ਲਓ ਵੀ ਕੰਮ ਕਰਨ ਵਾਲੇ ਲੋਕ ਨੇ। ਇੱਕ ਉਹ ਨੇ ਜਿਹੜੇ ਆਪਣੀ ਮਰਜ਼ੀ ਦੇ ਨਾਲ ਬਿਨਾਂ ਕੋਈ ਪੈਸਾ ਲਏ ਉੱਥੇ ਆਉਂਦੇ ਨੇ ਤੇ ਲੋਕਾਂ ਨੂੰ ਉਸ ਥਾਂ ਦੇ ਬਾਰੇ ਦੱਸਦੇ ਨੇ। ਇੱਕ ਉਹ ਨੇ ਜਿਹੜੇ ਉੱਥੇ ਕੰਮ ਕਰਦੇ ਨੇ ਜਿਨ੍ਹਾਂ ਨੂੰ ਤਨਖਾਹ ਮਿਲਦੀ ਹੈ, ਤੇ ਇੱਕ ਉਹ ਨੇ ਜਿਹੜੇ ਕਿ ਪਾਰਟ ਟਾਈਮ ਵਰਕਰ ਨੇ, ਵੀ ਜਦੋਂ ਕੋਈ ਵੀ ਮੌਜੂਦ ਨਾ ਹੋਵੇ ਤੇ ਫਿਰ ਉਹਨਾਂ ਦੀ ਵਾਰੀ ਹੁੰਦੀ ਹੈ ਕਿ ਉਹਨਾਂ ਨੇ ਉੱਥੇ ਆ ਕੇ ਲੋਕਾਂ ਨੂੰ ਸਾਰਾ ਕੁਝ ਦੱਸਣਾ ਹੈ। ਸੋ ਇਹਨਾਂ ਚੀਜ਼ਾਂ ਨੂੰ ਜਿਵੇਂ ਉਹਨਾਂ ਨੇ ਸੰਭਾਲਿਆ, 400 ਸਾਲ ਪੁਰਾਣੀਆਂ ਇਮਾਰਤਾਂ ਟਾਣਾ ਸਾਹਿਬ, 500 ਸਾਲ ਪੁਰਾਣੀਆਂ ਇਮਾਰਤਾਂ, ਜਿਸ ਤਰੀਕੇ ਨਾਲ ਉਹਨਾਂ ਦੀ ਸਾਂਭ ਸੰਭਾਲ ਕੀਤੀ ਗਈ ਹੈ, ਵਾਕਈ ਬਹੁਤ ਕੁਝ ਸਿੱਖਣ ਵਾਲਾ ਹੈ। ਬਿਲਕੁਲ ਸਹੀ ਗੱਲ ਹੈ। ਜੱਜ ਦਾ ਵਿਚਾਰ। ਹਰਮਨ ਜੀ, ਮੈਂ ਨਾ ਉੱਥੇ ਇੰਗਲੈਂਡ ਦੇ ਵਿੱਚ ਕਈ ਪੰਜਾਬੀਆਂ ਨੂੰ ਪੁੱਛਿਆ ਵੀ ਪੰਜਾਬ ਕਿੰਨੀ ਕੁ ਦੇਰ ਤੋਂ ਜਾ ਰਹੇ ਹੋ, ਜਾਂ ਪੰਜਾਬ ਚੋਂ ਕਿੰਨੀ ਕੁ ਦੇਰ ਪਹਿਲਾਂ ਆਏ ਸੀਗੇ, ਹੁਣ ਕਦੋਂ ਕੁ ਗਏ ਸੀ, ਜਾਂ ਕਦੋਂ ਕੁ ਜਾਣਾ ਪੰਜਾਬ ਦੇ ਵੱਲ। ਉਹਨਾਂ ਦੇ ਵਿੱਚੋਂ ਬਹੁਤ ਸਾਰੇ ਪੰਜਾਬੀਆਂ ਨੇ ਗੱਲ ਕਹੀ ਜੀ ਕਿ ਸਾਡਾ ਜੀ ਨਹੀਂ ਸੀ ਕਰਦਾ ਕਿ ਅਸੀਂ ਆਪਣੀ ਧਰਤੀ ਨੂੰ ਛੱਡ ਗਏ, ਪਰ ਹੁਣ ਅਸੀਂ ਇਹ ਗੱਲ ਕਹਿੰਦੇ ਆ, ਇਹ ਗੱਲ ਕਿਸੇ ਨੂੰ ਕੜੱਤਣ ਵਾਲੀ ਲੱਗ ਸਕਦੀ ਹੈ, ਹੁਣ ਅਸੀਂ ਇਹ ਗੱਲ ਕਹਿੰਦੇ ਆ ਜਾਂ ਸੋਚਦੇ ਆ ਕਿ ਚੰਗਾ ਹੋਇਆ ਵੇਲੇ ਸਿਰ ਨਿਕਲਿਆ ਏ। ਦੁੱਖ ਵਾਲੀ ਗੱਲ ਹੈ ਇਹ। ਉਹਨਾਂ ਦਾ ਇਹ ਕਹਿਣਾ ਵੀ ਇੱਥੇ ਆ ਕੇ ਸਾਨੂੰ ਇਹੋ ਜਿਹੇ ਮੌਕੇ ਮਿਲੇ ਜ਼ਿੰਦਗੀ ਦੇ ਵਿੱਚ ਕੁਝ ਕਰ ਦਿਖਾਉਣ ਦੇ, ਵੀ ਅਸੀਂ ਆਪਣੇ ਟਰੱਕ ਲੈ ਲਏ, ਅਸੀਂ ਆਪਣੀਆਂ ਦੁਕਾਨਾਂ ਲਈਆਂ, ਜਾਂ ਅਸੀਂ ਆਪਣਾ ਘਰ ਵੀ ਲੈ ਲਿਆ, ਜਾਂ ਅਸੀਂ ਜ਼ਿੰਦਗੀ ਦੀ ਸੁਰੱਖਿਅਤਾ ਨੂੰ ਮਹਿਸੂਸ ਕਰਦੇ ਹਾਂ। ਸਾਡੀਆਂ ਜਿਹੜੀਆਂ ਸਰਕਾਰਾਂ ਨੇ ਸਾਡੇ ਲਈ ਹਸਪਤਾਲ ਦਾ ਸੋਹਣਾ ਪ੍ਰਬੰਧ ਕੀਤਾ, ਸਕੂਲਾਂ ਦਾ ਪ੍ਰਬੰਧ ਵਧੀਆ ਕੀਤਾ, ਸੜਕਾਂ ਵਧੀਆਂ, ਤੇ ਜੇਕਰ ਸਾਡਾ ਕੋਈ ਕੰਮਕਾਜ ਚੱਲ ਜੇ ਤਾਂ ਉਹਦੇ ਵਿੱਚੋਂ ਹਿੱਸਾ ਪੱਤੀ ਨਹੀਂ ਮੰਗਿਆ ਜਾਂਦਾ। ਇੱਥੇ ਮੁਫਤਖੋਰੀ ਨਹੀਂ, ਇੱਥੇ 1 ਸੈਂਟ ਨੂੰ ਵੀ ਲਿਆ ਜਾਂਦਾ, 1 ਸੈਂਟ ਵੀ ਮੋੜਿਆ ਜਾਂਦਾ ਜੇਕਰ ਕਿਸੇ ਦਾ ਦੇਣ ਲੈਣ ਇਦਾਂ ਹੋਵੇ। ਪਰ ਜਦੋਂ ਉਹ ਕਹਿੰਦੇ ਵੀ ਅਸੀਂ ਤੁਲਨਾ ਕਰਕੇ ਦੇਖਦੇ ਹਾਂ ਵੀ ਉੱਥੇ ਸਾਡਾ ਕਿਹੋ ਜਿਹਾ ਕੰਮ ਸੀ, ਸਾਡੇ ਉੱਤੇ ਝੂਠਾ ਪਰਚਾ ਦਰਜ ਫਲਾਣੇ ਨੇ ਕਰਵਾਤਾ, ਪੁਲਿਸ ਨੇ ਸਾਡੇ ਕੋਲੋਂ ਇੰਨੇ ਪੈਸੇ ਲੈ ਲਏ। ਇੱਕ ਵਾਰੀ ਇੱਕ ਸੱਜਣ ਨੇ ਦੱਸਿਆ, ਉਹ ਕਹਿੰਦਾ ਜੀ 60,000 ਰੁਪਈਆ ਇੱਕ ਤਹਿਸੀਲਦਾਰ ਨੂੰ ਦੇ ਕੇ ਅਸੀਂ ਜ਼ਮੀਨ ਦੀ ਰਜਿਸਟਰੀ ਕਰਵਾਈ। ਮੈਂ ਆਪਣੇ ਧੀਆਂ ਪੁੱਤ ਭੇਜੇ ਸੀ, ਉਹਨਾਂ ਨੇ ਵੇਖ ਕੇ ਹੈਰਾਨ ਰਹਿ ਗਏ ਵੀ ਭਾਈ ਸੜਕਾਂ ਦੇ ਉੱਤੇ ਕੀ ਕੁਝ ਚੱਲੀ ਜਾਂਦਾ, ਜੇ ਅਸੀਂ ਉੱਥੇ ਹੁੰਦੇ ਤਾਂ ਸਾਡਾ ਕੀ ਬਣਦਾ। ਇਹ ਗੱਲਾਂ ਮਨ ਦੇ ਵਿੱਚ ਦੁੱਖ ਪੈਦਾ ਕਰਦੀਆਂ। ਅਸੀਂ ਨਹੀਂ ਕਹਿੰਦੇ ਵੀ ਭਾਈ ਪੰਜਾਬ ਛੱਡ ਬਾਹਰ ਜਾਓ, ਪਰ ਕਿਉਂ ਛੱਡ ਕੇ ਜਾ ਰਹੇ ਹਾਂ, ਇਹਦੇ ਬਾਰੇ ਸਰਕਾਰਾਂ ਨੂੰ ਸੋਚਣਾ ਚਾਹੀਦਾ। ਬਿਲਕੁਲ ਸਹੀ ਹੈ। ਅਸੀਂ ਚਾਹੁੰਦੇ ਜੀ ਕਿ ਜਿਹੜੇ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਗਏ ਪੰਜਾਬੀ ਆ, ਉਹ ਆਪਣੇ ਪੰਜਾਬ ਦੀ ਮਦਦ ਕਰਨ ਤੇ ਕਰਦੇ ਵੀ ਆ ਜੀ। ਉਹਨਾਂ ਬਿਨਾਂ ਤਾਂ ਪੰਜਾਬ ਦੀ ਗਤੀ ਕੋਈ ਨਹੀਂ, ਜੇਕਰ ਉਹ ਆਪਦੇ ਪਿੰਡ ਦੇ ਲਈ, ਨਗਰ ਖੇੜੇ ਦੇ ਲਈ ਕੋਈ ਮਦਦ ਨਾ ਕਰਨ। ਬਿਲਕੁਲ। ਪਰ ਸਰਕਾਰਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ। ਹੁਣ ਇੱਥੇ ਦੇਖੋ, ਆਪਾਂ 8ਵੇਂ 10ਵੇਂ ਦਿਨ ਆ ਗਏ ਆ, ਆਉਣ ਸਾਰ ਖਬਰਾਂ ਕਿਹੋ ਜਿਹੀਆਂ, ਚਾਰਜਰ ਮੰਗਣ ਤੇ ਹੋਈ ਲੜਾਈ, ਗੋਲੀ ਮਾਰ ਕੇ ਕੀਤਾ ਕਤਲ, ਪਹਿਲੀ ਖਬਰ। ਦੂਜੀ ਖਬਰ ਇਹ ਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਕਿ ਸਾਰੇ ਟੰਗੇ ਜਾਣਗੇ। ਫਿਰ ਕਾਂਗਰਸ ਨੇ ਕੀਤਾ ਪ੍ਰਦਰਸ਼ਨ ਤੇ ਭਾਰਤ ਭੂਸ਼ਣ ਆਸ਼ੂ ਦਾ 4 ਦਿਨ ਦਾ ਰਿਮਾਂਡ ਲਿਆ। ਫਿਰ ਅਗਲੀ ਖਬਰ ਪੜ੍ਹ ਲਓ ਕਿ ਜੀ ਬੀਜੇਪੀ ਦੇ ਇੱਕ ਵਿਧਾਇਕ ਦੇ ਵੱਲੋਂ, ਜਿਹੜਾ ਕਿ ਪੰਜਾਬ ਦਾ ਨਹੀਂ, ਉਹਨੇ ਹਜ਼ਰਤ ਮੁਹੰਮਦ ਸਾਹਿਬ ਦੇ ਬਾਰੇ ਕੀਤੀ ਅਪਮਾਨਜਨਕ ਟਿੱਪਣੀ ਤੇ ਉਹਨੂੰ ਪਾਰਟੀ ਦੇ ਵਿੱਚੋਂ ਕੱਢਿਆ। ਤੇ ਕਿਉਂ ਟਾਣਾ ਸਾਹਿਬ ਜੰਡਿਆਲਾ ਗੁਰੂ ਦੀ ਖਬਰ ਭੁੱਲ ਗਏ ਵੀ ਇੱਕ ਜਿਹੜੀ ਸਕੂਲ ਦੀ ਬੱਸ ਜਿਹੜੀ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ, ਤਾਂ ਉਹਨੇ ਕਹਿੰਦੇ ਇੱਕ ਮੋਟਰਸਾਈਕਲ ਸਵਾਰ ਨੂੰ ਸਾਈਡ ਨਹੀਂ ਦਿੱਤੀ, ਜਿਹਦੇ ਕਰਕੇ ਉਹ ਮੋਟਰਸਾਈਕਲ ਸਵਾਰ ਨੇ 3 ਗੋਲੀਆਂ ਚਲਾ ਦਿੱਤੀਆਂ। 3 ਗੋਲੀਆਂ ਚਲਾਈਆਂ, ਬੱਚਿਆਂ ਦੀ ਜ਼ਿੰਦਗੀ ਬਚ ਗਈ ਆ। ਇਹ ਸਾਰੀਆਂ ਖਬਰਾਂ ਜਦੋਂ ਪੜ੍ਹਦੇ ਹੋਣਗੇ, ਚਲੋ ਅਸੀਂ ਤਾਂ ਇਸ ਮਾਹੌਲ ਦੇ ਵਿੱਚ ਜਾਣੂ ਆ ਵੀ ਇੱਥੇ ਆਹ ਹੀ ਕੁਝ ਹੁੰਦਾ, ਇਹੋ ਜਿਹੀਆਂ ਖਬਰਾਂ। ਪਰ ਜਿਹੜੇ ਬਾਹਰ ਬੈਠੇ ਆ, ਉਹਨਾਂ ਦੇ ਉੱਤੇ ਕੀ ਅਸਰ ਪੈਂਦਾ ਹੋਊਗਾ ਵੀ ਅਸੀਂ ਕਿਹੋ ਜਿਹੇ ਹੋਸ਼ੇ ਆ, ਅਸੀਂ ਕਿਹੋ ਜਿਹੇ ਮੂਰਖ ਆ। ਸੋ ਬੇਨਤੀ ਇਹ ਆ ਕਿ ਅਸੀਂ ਵੀ ਸੱਭਿਅਕ ਹੋਈਏ। ਬਿਲਕੁਲ। ਹੁਣ ਦੇਖੋ, ਅਸੀਂ ਉੱਥੇ ਲੰਡਨ ਦੇ ਵਿੱਚ ਜਿਹੜਾ ਇੱਕ ਉੱਥੇ ਪਲਾਸਟਿਕ ਦੇ ਖਿਲਾਫ, ਰਬੜ ਦੀਆਂ ਬੋਤਲਾਂ ਦੇ ਖਿਲਾਫ, ਪਲਾਸਟਿਕ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕਰ ਰਿਹਾ ਸੀ, ਉਹਦੇ ਨਾਲ ਗੱਲ ਕੀਤੀ। ਚਲੋ ਤੁਸੀਂ ਕੀਤੀ ਅੰਗਰੇਜ਼ੀ ਦੇ ਵਿੱਚ, ਪਰ ਉਹਦਾ ਸਾਰ ਅੰਸ਼ ਇਹ ਸੀ ਕਿ ਜੀ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ, ਮੇਰੀ ਕੋਈ ਸੰਸਥਾ ਨਹੀਂ, ਮੈਨੂੰ ਕੋਈ ਖਬਰ ਦਾ ਚਾਅ ਨਹੀਂ,
ਮੈਂ ਆਪਣੀ ਜ਼ਿੰਮੇਵਾਰੀ ਮਹਿਸੂਸ ਕਰਦਾ ਵੀ ਪਲਾਸਟਿਕ ਮੁਕਤ ਧਰਤੀ ਹੋਣੀ ਚਾਹੀਦੀ ਹੈ। ਜੀ ਰੋਬਰਟ ਸੀ ਉਹਨਾਂ ਦਾ ਨਾਮ। ਬਿਲਕੁਲ। ਤੇ ਇੱਥੇ ਆਪਾਂ ਕਹਿੰਦੇ ਜੀ ਕਿ ਪਹਿਲਾਂ ਖਬਰ ਦਾ ਪ੍ਰਬੰਧ ਕਰੀਏ, ਵੱਡੀ ਖਬਰ ਬਣੇ ਤੇ ਫਿਰ ਸਾਰਾ ਕੁਝ ਹੋਊਗਾ। ਕੱਲੇ ਬੰਦੇ ਨੂੰ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਬਿਲਕੁਲ ਨਿਭਾਉਣੀ ਚਾਹੀਦੀ ਹੈ ਟਾਣਾ ਸਾਹਿਬ, ਪਰ ਦੁੱਖ ਦੀ ਗੱਲ ਇਹ ਹੈ ਵੀ ਜਿਹੜੇ ਬਹੁਤੇ ਲੋਕ ਨੇ ਉਹ ਤਾਂ ਚਲੋ ਫਿਰ ਵੀ ਮੰਨ ਜਾਂਦੇ ਨੇ ਗੱਲ ਨੂੰ, ਪਰ ਕੁਝ ਕਿਹੋ ਜਿਹੇ ਹੁੰਦੇ ਨੇ ਜਿਹੜੇ ਮੰਨਦੇ ਨਹੀਂ। ਆ ਹੁਣ ਇੱਕ ਖਬਰ ਹੋਰ ਸਾਹਮਣੇ ਆਈ ਹੈ, ਫਿਰੋਜ਼ਪੁਰ ਤੋਂ ਇਹ ਖਬਰ ਹੈ। ਉੱਥੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਮੁੰਡਿਆਂ ਵਾਲਾ, ਉਹਦੇ ਵਿੱਚ ਕਹਿੰਦੇ ਮਾਲ ਵਿਭਾਗ ਨੇ ਨਾ ਇੱਕ ਕਮਰਾ ਲਿਆ ਸੀ 1 ਮਹੀਨੇ ਵਾਸਤੇ, ਤੇ ਉੱਥੇ ਨਾ ਕੁੱਲ 73 ਵਿਦਿਆਰਥੀ ਹੋਸਟਲ ਦੇ ਵਿੱਚ ਰਹਿੰਦੇ ਹੁੰਦੇ ਸੀ ਉਸ ਵੇਲੇ। ਅੱਜ ਦੇ ਸਮੇਂ ਦੇ ਵਿੱਚ ਸਿਰਫ 39 ਰਹਿ ਗਏ। ਕਿਉਂ? ਕਿਉਂਕਿ ਮਾਲ ਵਿਭਾਗ ਨੇ ਜਿਹੜਾ 1 ਮਹੀਨੇ ਲਈ ਕਮਰਾ ਲਿਆ ਸੀ ਉੱਥੇ ਉਹਨਾਂ ਨੇ ਕਬਜ਼ਾ ਹੀ ਕਰ ਲਿਆ। ਹੁਣ ਕਹਿੰਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਇਹ ਮੁੰਡਿਆਂ ਵਾਲਾ ਜੀ। ਤੇ ਜਦੋਂ ਕਰੋਨਾ ਦਾ ਕਹਿਰ ਸੀ 1.5 ਸਾਲ ਪਹਿਲਾਂ ਮਾਲ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਵੀ ਸਾਡੇ ਵਾਲੀ ਇਮਾਰਤ ਤਾਂ ਢਾਹ ਦਿੱਤੀ ਗਈ ਆ, ਸਾਨੂੰ ਇੱਕ ਕਮਰਾ ਦੇ ਦਿਓ, ਤੇ ਇੱਕ ਕਮਰਾ ਲੈ ਲਿਆ। ਹੌਲੀ ਹੌਲੀ ਆਪਦਾ ਸਮਾਨ ਉੱਥੇ ਸਾਰਾ ਬਦਲ ਲਿਆ। ਹੁਣ 1.5 ਸਾਲ ਹੋ ਗਿਆ ਤੇ ਉੱਥੇ ਸਾਰਾ ਸਮਾਨ ਲੈ ਕੇ ਤੇ ਉੱਥੇ ਕੰਮਕਾਜ ਕੀਤਾ ਜਾ ਰਿਹਾ। ਹਾਲਾਂਕਿ ਮੈਂ ਇਹ ਗੱਲ ਕਹਿਣਾ ਵੀ ਮਾਲ ਵਿਭਾਗ ਦੇ ਵਾਸਤੇ, ਮੁਲਾਜ਼ਮਾਂ ਦੇ ਵਾਸਤੇ ਵੱਖਰੀ ਇਮਾਰਤ ਹੋਣੀ ਚਾਹੀਦੀ ਹੈ। ਜੀ। ਪਰ ਉੱਥੇ ਸਕੂਲ ਵਾਲੇ ਇਹ ਬੇਨਤੀ ਕਰ ਰਹੇ ਜੀ ਕਿ ਯਾਰ ਤੁਸੀਂ 1 ਮਹੀਨੇ ਵਾਸਤੇ ਆਏ ਸੀ ਤੇ ਤੁਸੀਂ ਤਾਂ ਇੱਕ ਸਾਬਕਾ ਮੁੱਖ ਮੰਤਰੀ ਵਾਂਗੂ ਸਾਡੀ ਕੋਠੀ ਤੇ ਜਿਵੇਂ ਕਬਜ਼ਾ ਕਰਕੇ ਬਹਿ ਗਏ, ਉਸ ਤਰੀਕੇ ਨਾਲ ਸਕੂਲ ਤੇ ਕਬਜ਼ਾ ਕਰ ਲਿਆ। 73 ਵਿਦਿਆਰਥੀ ਇਸ ਹੋਸਟਲ ਦੇ ਵਿੱਚ ਰਹਿੰਦੇ ਸੀ ਪੜ੍ਹਨ ਵਾਲੇ, ਦੂਰ ਦਰਾਡੀਆਂ ਥਾਵਾਂ ਦੇ। ਇਹਦੇ ਵਿੱਚੋਂ 38 39 ਰਹਿ ਗਏ ਆ। ਉਹ ਹੱਥ ਜੋੜ ਕੇ ਬੇਨਤੀ ਕਰਦੇ ਵੀ ਕਿਰਪਾ ਕਰਕੇ ਚਲੇ ਜਾਓ। ਕਹਿੰਦੇ ਆਪਾਂ ਕੌਣ? ਮੇਰਾ ਇੱਕ ਦੋਸਤ ਆ ਇੱਥੇ, ਕਬਜ਼ੇ ਦੀ ਗੱਲ ਦੱਸਦਾ ਵੀ ਜਿੱਥੇ ਜਿਹਨੂੰ ਮੌਕਾ ਮਿਲਦਾ ਕਬਜ਼ਾ ਕਿਵੇਂ ਕਰਦਾ। ਮੇਰਾ ਇੱਕ ਦੋਸਤ ਕਹਿੰਦਾ ਵੀ ਅਸੀਂ ਆਪਣੇ ਘਰ ਦੇ ਵਿੱਚ ਨਾ ਉੱਪਰਲੇ 2 ਕਮਰੇ ਕਿਰਾਏ ਤੇ ਦੇਤੇ, ਬੜਾ ਲੰਮਾ ਸਮਾਂ ਪਹਿਲਾਂ। ਪਰ ਪਿਛਲੇ ਲੰਮੇ ਸਮੇਂ ਤੋਂ ਉਹ ਬੰਦੇ ਆਪ ਇੱਥੇ ਰਹਿੰਦੇ ਨਹੀਂਗੇ, ਉਹਨਾਂ ਨੇ ਆਪਣਾ ਘਰ ਕਿਤੇ ਹੋਰ ਬਣਾ ਲਿਆ ਜਾਂ ਰਹਿਣ ਲੱਗ ਗਏ। ਪਰ ਸਮਾਨ ਉਹਨਾਂ ਦਾ ਉੱਤੇ ਪੈ ਤੇ ਤਾਲਾ ਲੱਗਾ ਹੋਇਆ। ਓਹੋ। ਤੇ ਅਦਾਲਤ ਦੇ ਵਿੱਚ ਕੇਸ ਚੱਲਦਾ, ਅਸੀਂ ਆਪਦੇ ਕਮਰੇ ਹੀ ਨਹੀਂ ਖਾਲੀ ਕਰਵਾ ਸਕਦੇਗੇ, ਕਰੀਏ ਕੀ? ਇਹ ਬਹੁਤੀਆਂ ਥਾਵਾਂ ਦੀ ਕਹਾਣੀ ਹੈ ਟਾਣਾ ਸਾਹਿਬ। ਬਹੁਤੇ ਲੋਕਾਂ ਦੇ ਨਾਲ ਜਿਹੜੇ ਵਿਚਾਰੇ ਵਿਦੇਸ਼ਾਂ 'ਚ ਚਲੇ ਗਏ ਜਾਂ ਜਿਨ੍ਹਾਂ ਦੇ ਕਹਿ ਲਓ ਵੀ ਜਿਨ੍ਹਾਂ ਨੂੰ ਕੋਈ ਇੱਕ ਸੂਬਾ ਛੱਡ ਕੇ ਦੂਜੇ ਸੂਬੇ ਦੇ ਵਿੱਚ ਜਾਣਾ ਪਿਆ, ਉਹਨਾਂ ਦੇ ਨਾਲ ਆਹੀ ਕੁਝ ਵਾਪਰ ਰਿਹਾ ਇਸ ਵੇਲੇ। ਪਤਾ ਹੀ ਨਹੀਂ ਕਦੋਂ ਤੁਹਾਡੀ ਜ਼ਮੀਨ ਤੇ ਕਬਜ਼ਾ ਹੋ ਜਾਏ, ਕਦੋਂ ਤੁਹਾਡੇ ਘਰ ਤੇ ਕਬਜ਼ਾ ਹੋ ਜਾਏ, ਕਦੋਂ ਤੁਹਾਡੀਆਂ ਚੀਜ਼ਾਂ ਤੇ ਕਬਜ਼ਾ ਹੋ ਜਾਏ, ਪਤਾ ਹੀ ਨਹੀਂ ਲੱਗਦਾ ਕੁਝ ਵੀ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਗਾਇਕ ਇੰਦਰਜੀਤ ਨਿੱਕੂ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ। ਹੋ ਸਕਦਾ ਵੀ ਕੋਈ ਇਹ ਗੱਲ ਕਵੇ ਵੀ ਬਿਲਕੁਲ ਇਹ ਠੀਕ ਵੀਡੀਓ ਆ, ਕੋਈ ਮਾੜਾ ਚੰਗਾ ਵੀ ਕਹਿੰਦਾ ਹੋਵੇ, ਪਰ ਮੇਰੀ ਤਾਂ ਇੱਕ ਬੇਨਤੀ ਰਹਿੰਦੀ ਹੈ ਵੀ ਕਿਸੇ ਨੂੰ ਵੀ ਅਪਸ਼ਬਦਾਂ ਦੀ ਵਰਤੋਂ ਨਾ ਕਰੋ। ਉਹਦੀ ਪਰਿਸਥਿਤੀ ਨੂੰ ਸਮਝੋ ਵੀ ਉਹ ਕਿਹੜੀ ਥਾਂ ਤੇ ਗਿਆ ਤੇ ਕਿਉਂ ਗਿਆ ਹੋਊਗਾ। ਦੇਖੋ, ਇੰਦਰਜੀਤ ਨਿੱਕੂ ਦਾ ਬਹੁਤ ਵੱਡਾ ਨਾਂ ਰਿਹਾ ਪੰਜਾਬੀ ਗਾਇਕੀ ਦੇ ਵਿੱਚ। ਇੰਦਰਜੀਤ ਨਿੱਕੂ ਦੇ ਗਾਣੇ ਹਰ ਕੰਨ ਤੱਕ ਪਹੁੰਚਦੇ ਰਹੇ ਆ। ਇੰਦਰਜੀਤ ਨਿੱਕੂ ਨੂੰ ਪੰਜਾਬੀ ਵਿਆਹਾਂ ਦੇ ਮੌਕੇ ਸਾਦੇ ਰਹੇ ਆ, ਪਰ ਸਮਾਂ ਬਦਲ ਗਿਆ ਜੀ। ਸਮਾਂ ਬਦਲਣ ਕਰਕੇ ਬਹੁਤ ਸਾਰੀਆਂ ਪ੍ਰਸਥਿਤੀਆਂ ਹੋਰ ਵੀ ਬਦਲੀਆਂ। ਪਰ ਜਿਹੜੀ ਇਹ ਵੀਡੀਓ ਹੈਗੀ ਆ, ਇਹ ਉੱਤਰਾਖੰਡ ਦਾ ਸ਼ਾਇਦ ਇੱਕ ਧਾਮ ਆ ਜਾਂ ਕਹਿ ਦਈਏ ਇੱਕ ਡੇਰਾ, ਜਿੱਥੇ ਕਿ ਗਿਆ ਹੋਇਆ। ਬਹੁਤ ਸਾਰੇ ਲੋਕ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਹੋਰ ਵੀ ਬੈਠੇ ਆ ਤੇ ਨਿੱਕੂ ਉੱਥੇ ਭਾਵਕ ਹੋ ਰਿਹਾ। ਜਿਹੜਾ ਵੀ ਉਹਦਾ ਡੇਰੇ ਦਾ ਸੰਚਾਲਕ ਆ ਜਾਂ ਪ੍ਰਚਾਰਕ ਆ, ਉਹਨੂੰ ਆਪਣਾ ਦੁੱਖੜਾ ਦੱਸਦਾ ਜੀ ਕਿ ਮੇਰੀਆਂ 3 ਪਰੇਸ਼ਾਨੀਆਂ। ਉਹਦੇ ਵਿੱਚੋਂ ਇੱਕ ਸਿਹਤ ਠੀਕ ਨਾ ਰਹਿਣ ਨਾਲ ਸੰਬੰਧਿਤ ਹੈ, ਦੂਜੀ ਕਰਜ਼ਾ ਚੜਿਆ ਹੋਇਆ, ਤੀਜੀ ਸਮੱਸਿਆ ਦੱਸੀ ਜਾ ਰਹੀ ਹੈ ਕਿ ਗਾਇਕੀ ਦੇ ਬਾਰੇ ਵੀ। ਪਰ ਉਹ ਫਿਰ ਬਾਅਦ ਦੇ ਵਿੱਚ ਗਾਣਾ ਵੀ ਗਾ ਕੇ ਸੁਣਾਉਂਦਾ। ਦੇਖੋ, ਇਹ ਉਹਦੀ ਨਿੱਜੀ ਜ਼ਿੰਦਗੀ ਆ, ਉਹ ਕਿੱਥੇ ਗਿਆ। ਮੈਂ ਨਹੀਂ ਕਹਿੰਦਾ ਵੀ ਡੇਰਿਆਂ ਦੇ ਵੱਲ ਜਾਓ, ਡੇਰਿਆਂ ਦੇ ਵੱਲ ਜਾਣ ਦਾ ਕੋਈ ਫਾਇਦਾ ਨਹੀਂ। ਪਹਿਲੀ ਗੱਲ ਤਾਂ ਅਸੀਂ ਇਹ ਕਹਿੰਦੇ ਆ ਜੀ, ਬਿਲਕੁਲ ਸਮਾਂ ਬਦਲੂਗਾ, ਸਮਾਂ ਬਦਲਦਾ ਹੀ ਆਇਆ। ਚੰਗੇ ਤੋਂ ਬਾਅਦ ਮਾੜਾ ਤੇ ਮਾੜੇ ਤੋਂ ਬਾਅਦ ਚੰਗਾ ਆਉਂਦਾ ਹੀ ਆ। ਪਰ ਆਪਦੀ ਮਿਹਨਤ ਨਹੀਂ ਛੱਡਣੀ ਚਾਹੀਦੀ। ਤੇ ਨਿੱਕੂ ਨੂੰ ਅੱਜ ਵੀ ਗਾਉਣਾ ਆਉਂਦਾ, ਇਹਦੇ ਵਿੱਚ ਕੋਈ ਦੋ ਰਾਇ ਨਹੀਂ। ਉਹ ਚੰਗਾ ਗਾਉਂਦਾ, ਅੱਜ ਵੀ ਸੁਰ ਦੇ ਵਿੱਚ ਆਉਂਦਾ, ਇਹ ਗੱਲ ਸਹੀ ਆ। ਪਰ ਉਸ ਤੋਂ ਬਾਅਦ ਮੈਂ ਥੱਲੇ ਨਾ ਟਿੱਪਣੀਆਂ ਦੇਖੀਆਂ, ਮੈਨੂੰ ਚੰਗਾ ਨਹੀਂ ਲੱਗੀਆਂ। ਕਿਸੇ ਨੇ ਨਿੱਕੂ ਨੂੰ ਮਾੜਾ ਚੰਗਾ ਕਿਹਾ, ਕਿਸੇ ਨੂੰ ਉਸ ਜਿਹੜਾ ਬੰਦਾ ਬੋਲ ਰਿਹਾ ਉਹਨੂੰ ਮਾੜਾ ਚੰਗਾ ਕਿਹਾ, ਕਿਸੇ ਨੇ ਇਹ ਵੀ ਗੱਲ ਕਹੀ ਆ ਵੀ ਨਾ ਯਾਰ ਆਪਾਂ ਇਦਾਂ ਦੀਆਂ ਹੋਛੀਆਂ ਗੱਲਾਂ ਕਿਉਂ ਕਰਨੀਆਂ। ਸੋ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਰ ਲੋਕ ਵੀ ਬੈਠੇ ਆ, ਪਰ ਉਹਨਾਂ ਦੀ ਪਛਾਣ ਕੋਈ ਨਹੀਂ। ਜਿਹਦੀ ਜਿੰਨੀ ਪਛਾਣ ਆ ਉਨੀ ਵੱਡੀ ਖਬਰ ਵੀ ਬਣਦੀ ਹੈ। ਜੇ ਪਛਾਣ ਦਾ ਫਾਇਦਾ ਤੇ ਫਿਰ ਪਛਾਣ ਦਾ ਨੁਕਸਾਨ ਵੀ ਆ ਹੁੰਦਾ, ਕਿਉਂਕਿ ਨਿੱਕੂ ਦਾ ਨੁਕਸਾਨ ਜੇਕਰ ਹੋ ਰਿਹਾ ਸੋਸ਼ਲ ਮੀਡੀਆ ਤੇ, ਉਹ ਇਸ ਪਛਾਣ ਦੇ ਕਰਕੇ ਹੋ ਰਿਹਾ। ਸੋ ਮੇਰੀ ਤਾਂ ਬੇਨਤੀ ਹੈ ਜੀ ਕਿ ਉਸ ਬੰਦੇ ਦੀ ਪਰਿਸਥਿਤੀ ਨੂੰ ਵੇਖੋ। ਆਪਾਂ ਕਦੇ ਉਹਨੂੰ ਵਿਆਹ ਤੇ ਸੱਦਿਆ, ਆਪਾਂ ਕਦੇ ਉਹਦਾ ਪ੍ਰੋਗਰਾਮ ਲਵਾਉਨੇ ਆ, ਤੇ ਆਪਾਂ ਗਾਲਾਂ ਹੀ ਕਿਉਂ ਕੱਢਦੇ ਆ ਜੀ। ਟਾਣਾ ਸਾਹਿਬ, ਮੈਂ ਵੀ ਉਹ ਵੀਡੀਓ ਵੇਖੀ। ਮੈਨੂੰ ਇਹ ਲੱਗਦਾ ਵੀ ਪਹਿਲੀ ਗੱਲ ਤਾਂ ਇਹ ਕਿ ਡੇਰਿਆਂ ਵੱਲ ਜਾਣਾ ਨਹੀਂ ਚਾਹੀਦਾ। ਅਸੀਂ ਅਕਸਰ ਇਸ ਦੇ ਖਿਲਾਫ ਗੱਲ ਕਰਦੇ ਹਾਂ ਕਿ ਡੇਰਾਵਾਦ ਤੋਂ ਸਾਨੂੰ ਬਾਹਰ ਆਉਣਾ ਚਾਹੀਦਾ ਹੈ। ਕੋਈ ਵੀ ਰੱਬ ਦੇ ਨਾਲ ਜਿੰਨਾ ਕਨੈਕਸ਼ਨ ਤੁਹਾਡਾ ਉਨਾ ਹੀ ਉਸ ਡੇਰੇ ਦੇ ਸੰਚਾਲਕ ਦਾ ਹੋਊਗਾ। ਕੋਈ ਇਹ ਸ਼ਾਰਟਕਟ ਨਹੀਂ ਹੈ ਵੀ ਉਹ ਰੱਬ ਨਾਲ ਤੁਹਾਡੀ ਸਿੱਧੀ ਛੇਤੀ ਗੱਲ ਕਰਾ ਦੂਗਾ ਜਾਂ ਰੱਬ ਛੇਤੀ ਸੁਣ ਲਊਗਾ, ਇਦਾਂ ਨਹੀਂ ਹੈ। ਜਿੰਨੇ ਰੱਬ ਦੇ ਬੱਚੇ ਤੁਸੀਂ ਹੋ ਉਨੇ ਹੀ ਉਹ ਵੀ ਹੋਣਗੇ, ਠੀਕ। ਦੂਸਰੀ ਗੱਲ ਇਹ ਕਿ ਇਹ ਮੈਨੂੰ ਇਹ ਲੱਗਦਾ ਹੁੰਦਾ ਟਿੱਪਣੀ ਉਹ ਬੰਦਾ ਕਰੇ ਜਿਹੜਾ ਆਪ ਕਦੀ ਡੇਰੇ ਵੱਲ ਨੂੰ ਨਹੀਂ ਗਿਆ।
ਠੀਕ। ਤੀਜੀ ਗੱਲ ਇਹ ਕਿ ਤੁਸੀਂ ਕਿਸੇ ਨੂੰ ਮੰਦਾ ਚੰਗਾ ਕਿਉਂ ਬੋਲਣਾ, ਤਰਕ ਨਾਲ ਗੱਲ ਕਰੋ, ਆਪਣੇ ਵਿਚਾਰ ਰੱਖੋ, ਇਹ ਠੀਕ ਹੈ, ਪਰ ਕਿਸੇ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਲੱਗ ਜਾਣਾ, ਇਹ ਤਾਂ ਹੈ ਹੀ ਇਦਾਂ, ਇਹ ਤਾਂ ਫਲਾਣ ਹੈ, ਇਹ ਤਾਂ ਢੀਂਗ ਹੈ। ਮੈਂ ਇਕੱਲੇ ਇੰਦਰਜੀਤ ਨਿੱਕੂ ਬਾਰੇ ਗੱਲ ਨਹੀਂ ਕਰ ਰਹੀ, ਕੋਈ ਵੀ ਹੋਵੇ, ਕੋਈ ਵੀ, ਅਸੀਂ ਗਾਲ ਦੁੱਪੜ ਦੀ ਵਰਤੋਂ ਕਰਨ ਲੱਗਿਆਂ ਬਿਲਕੁਲ ਸੰਕੋਚ ਨਹੀਂ ਕਰਦੇ। ਸਾਨੂੰ ਸ਼ੁਰੂ ਤੋਂ ਇਹ ਸਿਖਾਇਆ ਗਿਆ ਕਿ ਸ਼ਬਦਾਂ ਦੀ ਮਰਿਆਦਾ ਦੇ ਵਿੱਚ ਰਹਿਣਾ ਸਿੱਖੋ। ਨਿੱਕੂ ਤਾਂ ਗਿਆ ਡੇਰੇ ਦੇ ਵੱਲ, ਉਹ ਗਲਤ ਹੋ ਗਿਆ, ਤੇ ਆਪਾਂ ਸ਼ਬਦ ਗੁਰੂ ਨਾਲ ਕਿੰਨੇ ਕੁ ਜੁੜੇ ਆ ਜਿਹੜੇ ਗਾਲਾਂ ਕੱਢ ਰਹੇ ਆ, ਆਪਾਂ ਸਹੀ ਆ? ਬਿਲਕੁਲ। ਸਾਨੂੰ ਹਮੇਸ਼ਾ ਇਹ ਸਿਖਾਇਆ ਗਿਆ ਕਿ ਸ਼ਬਦ ਗੁਰੂ ਹੈ। ਸਾਨੂੰ ਇਸ ਗੱਲ ਨੂੰ ਜ਼ਿਹਨ ਦੇ ਵਿੱਚ ਬਿਠਾ ਕੇ ਰੱਖਣਾ ਚਾਹੀਦਾ। ਅਸੀਂ ਤਰਕ ਨਾਲ ਗੱਲ ਕਰੀਏ, ਅਸੀਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣੀਆਂ ਕਿਤੇ ਵੀ ਵਾਜਬ ਨਹੀਂ ਆ। ਅਗਲੇ ਦੀ ਨਿੱਜੀ ਜ਼ਿੰਦਗੀ ਹੈ। ਜੇਕਰ ਦੇਖੋ, ਵੈਸੇ ਵੀ ਜੇਕਰ ਕੋਈ ਕਿਤੇ ਫਸਿਆ ਹੋਵੇ ਟਹਿਣਾ ਸਾਹਿਬ, ਤਾਂ ਉਹ ਕੀ ਨਹੀਂ ਕਰਦਾ। ਹਰ ਇੱਕ ਬੰਦੇ ਨੂੰ ਇਹ ਹੁੰਦਾ ਵੀ ਚੱਲ ਮੈਂ ਇੱਥੇ ਵੀ ਨੱਕ ਰਗੜ ਕੇ ਵੇਖ ਲਾਂ, ਮੈਂ ਇੱਥੇ ਵੀ ਦੇਖ ਲਵਾਂ। ਹਾਲਾਂਕਿ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਜਿਹੜੇ ਧਰਮ ਦੇ ਵਿੱਚ ਹੋ, ਜਿਹੜੇ ਰੱਬ ਨੂੰ ਮੰਨਦੇ ਹੋ, ਤੁਸੀਂ ਉਹਦੀ ਭਗਤੀ ਕਰੋ, ਤੁਸੀਂ ਉਹਦੇ ਤੋਂ ਆਪਣੀਆਂ ਮੰਗਾਂ ਰੱਖੋ, ਪਰ ਡੇਰਾਵਾਦ ਤੋਂ ਦੂਰ ਰਹਿਣਾ ਚਾਹੀਦਾ। ਪਰ ਕਹਿਣ ਦਾ ਭਾਵ ਇਹ ਹੈ ਜੀ ਕਿ ਆਪਾਂ ਨੂੰ ਦੂਜੇ ਦੀ ਗੱਲ ਦੇ ਵਿੱਚ ਦਖਲ ਹੀ ਨਹੀਂ ਦੇਣਾ ਚਾਹੀਦਾ। ਬਿਲਕੁਲ। ਉਹ ਕਿਉਂ ਗਿਆ, ਇਹ ਉਹਦਾ ਪਰਿਵਾਰ ਜਾਣਦਾ। ਮੈਂ ਇਹ ਕਹਿੰਦੀ ਵੀ ਤੁਸੀਂ ਮਜ਼ੇ ਨਾ ਲਓ, ਤੁਸੀਂ ਗਾਲ ਦੁੱਪੜ ਨਾ ਕੱਢੋ। ਅਗਲਾ ਗਿਆ ਤੇ ਗਿਆ, ਤੁਸੀਂ ਉਹਦੇ ਵਿੱਚ ਕਿੰਤੂ ਕਰਨ ਵਾਲੇ ਕੋਈ ਨਹੀਂ ਹੋ। 10-15 ਸਾਲ ਤੋਂ ਨਿੱਕੂ ਕਿਵੇਂ ਰਹਿ ਰਿਹਾ, ਜਾਂ ਹੋਰ ਜਿਹੜੇ ਵੀ ਲੋਕ ਆ, ਉਹਨਾਂ ਦੀ ਪ੍ਰਸਥਿਤੀ ਕੀ ਆ, ਉਹਨਾਂ ਦੇ ਕੀ ਪਤਾ ਮਨ ਦੇ ਵਿੱਚ ਕੀ ਚੱਲ ਰਿਹਾ, ਉਹਨਾਂ ਨੇ ਕਿਹੋ ਜੀ ਇਸ ਵੇਲੇ ਔਕੜ ਦਾ ਸਾਹਮਣਾ ਕਰਨਾ ਸ਼ੁਰੂ ਕੀਤਾ। ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ, ਅੱਜ ਤੱਕ ਆਪਾਂ ਪ੍ਰੋਗਰਾਮ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਕਲਾਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ, ਮੁਲਾਕਾਤ ਕੀਤੀ ਹੈ, ਜਿਨ੍ਹਾਂ ਨੂੰ ਲੋਕ ਵਿਸਾਰ ਚੁੱਕੇ ਨੇ, ਜਿਹੜੇ ਆਪਣੇ ਵੇਲੇ ਦੇ ਵਿੱਚ ਬਹੁਤ ਮਸ਼ਹੂਰ ਸੀ, ਬਹੁਤ ਨਾਮਣਾ ਖੱਟਿਆ ਸੀ, ਪਰ ਹੌਲੀ ਹੌਲੀ ਲੋਕ ਉਹਨਾਂ ਨੂੰ ਵਿਸਾਰ ਗਏ। ਕਿ ਸਾਨੂੰ ਅੱਜ ਇਹ ਚੇਤਾ ਹੈ ਵੀ ਅਸੀਂ ਉਹਨਾਂ ਦੇ ਬਾਰੇ ਵੀ ਕੁਝ ਸੋਚੀਏ। ਬਿਲਕੁਲ ਸਹੀ। ਜਦੋਂ ਕੋਈ ਵੀਡੀਓ ਆਉਂਦੀ ਹੈ ਤਾਂ ਅਸੀਂ ਫਟ ਕਮੈਂਟ ਕਰ ਦਿੰਦੇ ਹਾਂ। ਜੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟਹਿਣਾ, ਇੰਗਲੈਂਡ ਵਾਲੇ, ਤੇ ਨਾਲ ਲਿਆ ਹਰਮੰਥਨ ਜੀ। ਸ਼ੁਕਰ ਹੈ ਨਾਲ ਪੱਕੇ ਨਹੀਂ ਲਾਇਆ ਵੀ ਪੱਕੇ ਇੰਗਲੈਂਡ ਵਾਲੇ, ਕਿਉਂਕਿ ਇਹ ਪੱਕੇ ਨਹੀਂ ਹੋਏ ਹਾਲੇ। ਤੁਸੀਂ ਕਹੋ ਯੂਕੇ ਰਿਟਰਨ ਨਹੀਂ ਟਾਣਾ ਸਾਹਿਬ, ਇੰਗਲੈਂਡ ਤੋਂ ਵਾਪਸ ਪਰਤੇ। ਹਾਂ ਪੰਜਾਬੀ ਚ ਆ ਜਿਹੜਾ ਹੁਣੇ 2 ਮਿੰਟ ਪਹਿਲਾਂ ਵਾਰ-ਵਾਰ ਕਨੈਕਸ਼ਨ, ਉਹਦਾ ਐ ਨਹੀਂ ਕਨੈਕਸ਼ਨ, ਐ ਨਹੀਂ, ਤੇ ਉਹਦਾ ਸੰਬੰਧ ਹੁੰਦਾ ਉਹਦੀ ਪੰਜਾਬੀ। ਤੇ ਤੁਸੀਂ ਕਿਉਂ ਨਹੀਂ ਟੋਕਿਆ ਮੈਨੂੰ? ਮੈਂ ਕਿਹਾ ਚਲੋ ਛੱਡੋ ਪਰ। ਤੁਹਾਡਾ ਇਹ ਕੰਮ ਹੈ, ਤੁਹਾਡਾ ਇਹ ਫਰਜ਼ ਹੈ ਕਿ ਤੁਸੀਂ ਮੈਨੂੰ ਟੋਕੋ। ਹਾਂ, ਤੁਹਾਨੂੰ ਇਹ ਜ਼ਰੂਰ ਆਪਣਾ ਕੰਮ ਕਰਨਾ ਚਾਹੀਦਾ। ਵਾਹ ਜੀ, ਤੁਹਾਡੇ ਤੇ ਤਾਂ ਸਿੱਖਦੇ ਆ ਟਾਣਾ ਸਾਹਿਬ। ਬਹੁਤ ਖੂਬ, ਬਹੁਤ ਖੂਬ ਜੀ। ਅੱਜ ਮੈਨੂੰ ਇਹ ਸੀ ਥੋੜੀ ਜਿਹੀ ਢਿੱਲ ਮਿਲੀ ਹੋਈ ਹੈ ਸ਼ਾਇਦ, ਵੀ ਟਾਣਾ ਸਾਹਿਬ ਆਪ ਵੀ ਅੰਗਰੇਜ਼ੀ ਵਰਤ ਰਹੇ ਨੇ, ਤੇ ਚਲੋ ਮੈਂ ਵੀ ਵਿੱਚ ਥੋੜੀ ਜਿਹੀ ਵਰਤ ਲਵਾਂ। ਪਰ ਨਹੀਂ, ਮੈਂ ਅੰਗਰੇਜ਼ੀ ਵਰਤਣੀ ਨਹੀਂ ਮੰਗਦਾ। ਕਿਉਂ ਨਹੀਂ ਮੰਗਦਾ? ਮੈਂ ਪੰਜਾਬੀ ਬੋਲਣਾ ਮੰਗਦਾ। ਹਾਂ, ਪੰਜਾਬੀ ਬੋਲਣੀ ਚਾਹੀਦੀ ਹੈ। ਯਾ ਚਲੋ ਕੋਈ ਗੱਲ ਨਹੀਂ ਟਾਣਾ ਸਾਹਿਬ, ਆਪਾਂ ਇਹਨਾਂ ਰੰਗਾਂ ਦੇ ਵਿੱਚ ਵਾਪਸ ਆਈਏ, ਆਪਾਂ ਦੁਬਾਰਾ ਆਪਣੀ ਧਰਤੀ ਦੇ ਉੱਪਰ ਹਾਂ, ਤੇ ਆਪਾਂ ਇੱਥੇ ਹੀ ਰਹਿਣਾ ਹੈ, ਤੇ ਆਪਾਂ ਉਹਦੇ ਬਾਬਤ ਗੱਲ ਕਰੀਏ। ਹੁਣ ਬਹੁਤ ਕੁਝ ਵਾਪਰ ਰਿਹਾ ਇਸ ਧਰਤੀ ਦੇ ਉੱਪਰ ਵੀ, ਤੇ ਹੁਣ ਆਪਾਂ ਖਬਰਾਂ ਵੱਲ ਦੁਬਾਰਾ ਤੋਂ ਮੁੜਦੇ ਹਾਂ। ਇਸ ਵੇਲੇ ਗੱਲ ਕਰਦੇ ਹਾਂ ਜੀ ਸਿੱਧੂ ਮੂਸੇਵਾਲਾ ਦੀ। ਉਹਨਾਂ ਦੇ ਪਿਤਾ ਬਲਕੌਰ ਸਿੰਘ ਤੇ ਉਹਨਾਂ ਦੇ ਮਾਤਾ ਚਰਨ ਕੌਰ, ਉਹਨਾਂ ਦੇ ਵੱਲੋਂ ਇਸ ਵੇਲੇ ਬਹੁਤ ਸਾਰੀਆਂ ਭਾਵੁਕ ਗੱਲਾਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਦੇ ਪਿਤਾ ਜੀ ਦਾ ਇਹ ਕਹਿਣਾ ਹੈ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ, ਔਰ ਅਸੀਂ ਸੰਤੁਸ਼ਟ ਨਹੀਂ ਹਾਂ ਜੋ ਵੀ ਪੰਜਾਬ ਸਰਕਾਰ ਨੇ ਇਸ ਵੇਲੇ ਕਾਰਵਾਈ ਕੀਤੀ ਹੈ ਉਹਦੇ ਤੋਂ, ਤੇ ਅਸੀਂ ਇਨਸਾਫ ਜਦ ਤੱਕ ਨਹੀਂ ਮਿਲਦਾ ਉਦ ਤੱਕ ਅਸੀਂ ਦੋਵੇਂ ਜੀ ਧਰਨੇ ਤੇ ਦੇਖੋ ਜੀ, 2-3 ਖਬਰਾਂ ਜਿਹੜੀਆਂ ਕਿ ਸਭ ਦਾ ਧਿਆਨ ਖਿੱਚਦੀਆਂ ਜੀ। ਇੱਕ ਤਾਂ ਮੂਸੇਵਾਲਾ ਦੇ ਮਾਪਿਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜੀ ਕਿ ਅਸੀਂ ਵੀਰਵਾਰ ਨੂੰ ਜੀ ਕੈਂਡਲ ਮਾਰਚ, ਮੋਮਬੱਤੀ ਮਾਰਚ ਕੱਢਣਾ ਤਾਂ ਜੋ ਇਨਸਾਫ ਮਿਲੇ। ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜੇਕਰ ਕੋਈ ਹੋਰ ਨਾਲ ਨਾ ਵੀ ਤੁਰੇ ਤਾਂ ਵੀ ਅਸੀਂ ਤਾਂ ਕੁਝ ਕਰਨਾ ਹੀ ਇਹ, ਕਿਉਂਕਿ ਸਾਡੇ ਮਨ ਦੇ ਵਿੱਚ ਜਿਹੜੀ ਪੀੜ ਆ, ਜੋ ਸਾਡੇ ਤਨ ਮਨ ਦੇ ਉੱਤੇ ਬੀਤ ਰਹੀ ਆ, ਉਹ ਕੋਈ ਹੋਰ ਜਾਣਦਾ ਜਾਂ ਨਹੀਂ ਜਾਣਦਾ। ਖਾਸ ਕਰਕੇ ਸਰਕਾਰਾਂ ਤਾਂ ਨਹੀਂ ਜਾਣਦੀਆਂ, ਉਹ ਕਹਿੰਦੇ ਵੀ ਸਾਨੂੰ ਇਹਦੇ ਬਾਰੇ ਤਾਂ ਪਤਾ। ਦੂਜੀ ਗੱਲ ਉਹਨਾਂ ਨੇ ਕਹੀ ਸੀ ਪਿਛਲੇ ਦਿਨੀ ਕਿ ਭਾਈ ਕੁਝ ਕੁ ਗਵਾਈਆਂ ਦੇ ਵੱਲੋਂ ਤੇ ਕੁਝ ਕੁ ਯਾਰਾਂ ਦੋਸਤਾਂ ਦੇ ਵੱਲੋਂ ਵੀ ਯਾਰ ਮਾਰ ਕੀਤੀ ਗਈ ਹੈ, ਜਿਨ੍ਹਾਂ ਦੇ ਵੱਲੋਂ ਕਤਲ ਦੇ ਵਿੱਚ ਭੂਮਿਕਾ ਨਿਭਾਈ ਗਈ ਆ। ਉਹਨਾਂ ਦੇ ਨਾਂ ਆਉਂਦੇ ਸਮੇਂ ਦੇ ਵਿੱਚ ਨਸ਼ਰ ਕਰਾਂਗੇ। ਉਹ ਕਿਹੜੇ ਨਾਂ ਹੋਣਗੇ, ਇਹਦੇ ਵੱਲ ਵੀ ਨਿਗਾਹ ਟਿਕੀ ਰਹਿਣੀ ਆ। ਇੱਕ ਹੋਰ ਬੜੀ ਮਹੱਤਵਪੂਰਨ ਖਬਰ ਇਸ ਮਾਮਲੇ 'ਚ ਆਈ ਹੈ, ਜਿਹੜੀ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਪੰਜਾਬ ਦੀ ਸਰਕਾਰ ਦੇ ਵੱਲੋਂ ਭੇਜੀ ਗਈ ਆ। ਕੇਂਦਰ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ, ਉਹਨਾਂ ਦੇ ਵੱਲੋਂ ਸੂਬੇ ਦੀ ਸਰਕਾਰ ਨੂੰ ਭੇਜੀ ਗਈ ਹੈ ਜਾਣਕਾਰੀ। ਉਹਦੇ ਮੁਤਾਬਕ ਇਹ ਹੈ ਜੀ ਕਿ ਜਿਹੜਾ ਲਾਰੈਂਸ ਬਿਸ਼ਨੋਈ ਆ ਤੇ ਬਾਕੀ ਹੈ ਜਿਹੜੇ ਗੈਂਗਸਟਰ, ਜਿਹੜੇ ਕਿ ਇੱਥੇ ਪੰਜਾਬ ਦੇ ਵਿੱਚ ਲਿਆਂਦੇ ਗਏ ਆ ਪੁੱਛਗਿੱਛ ਦੇ ਲਈ, ਉਹਨਾਂ ਦੇ ਉੱਤੇ ਹਮਲਾ ਹੋ ਸਕਦਾ। ਇਹ ਵੀ ਗੱਲ ਕਹੀ ਗਈ ਹੈ ਵੀ ਭਾਵੇਂ ਉਹ ਸਟਾਫ ਦੇ ਭੇਸ ਦੇ ਵਿੱਚ ਜਾਂ ਉਹ ਵਕੀਲਾਂ ਦੇ ਭੇਸ ਦੇ ਵਿੱਚ ਆ ਕੇ ਕੁਝ ਨੁਕਸਾਨ ਕਰ ਸਕਦੇ ਆ। ਇਨਪੁਟ ਮਿਲੇ, ਜਾਣਕਾਰੀਆਂ ਅੰਦਰੂਨੀ ਮਿਲੀਆਂ, ਇਸ ਕਰਕੇ ਪੰਜਾਬ ਦੀ ਪੁਲਿਸ ਹੁਣ ਚੌਕਸ ਹੋ ਗਈ ਆ ਤਾਂ ਜੋ ਕੁਝ ਵੀ ਅਣਸੁਖਾਵਾਂ ਨਾ ਵਾਪਰੇ। ਤੇ ਉਸ ਤੋਂ ਅਗਲੀ ਮਹੱਤਵਪੂਰਨ ਗੱਲ ਇਹ ਆ ਵੀ ਗੈਂਗਸਟਰਾਂ ਦੇ ਵੱਲੋਂ ਇੱਕ ਦੂਜੇ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਫੇਰ ਸ਼ੁਰੂ ਹੋ ਗਿਆ। ਬੰਬੀਹਾ ਗਰੁੱਪ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਗਾਇਕ ਮਨਕੀਰਤ, ਇਹ ਸਾਡੇ ਨਿਸ਼ਾਨੇ ਦੇ ਉੱਤੇ ਆ, ਇਹਨਾਂ ਦੇ ਵੱਲੋਂ ਗਲਤ ਕੀਤਾ ਗਿਆ।
ਅਸੀਂ ਬਖਸ਼ਾਂਗੇ ਨਹੀਂ। ਸੋ ਇਹਨਾਂ ਗੱਲਾਂ ਤੋਂ ਬਾਅਦ ਇਹ ਲੱਗਦਾ ਜੀ ਕਿ ਕਿਤੇ ਪੰਜਾਬ ਦੇ ਵਿੱਚ ਗੈਂਗਵਾਰ ਨਾ ਸ਼ੁਰੂ ਹੋ ਜੇ, ਇਸ ਗੱਲ ਦੀ ਚਿੰਤਾ ਸਤਾਉਣ ਲੱਗੀ ਜੀ। ਤੇ ਉਧਰ ਦੂਸਰੇ ਬੰਨੇ ਹਰਪਾਲ ਸਿੰਘ ਚੀਮਾ ਹੋਰਾਂ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਕਿ ਸਾਡੇ ਉੱਪਰ ਸਰਕਾਰ ਦੇ ਉੱਪਰ ਆਰੋਪ ਜਿਹੜੇ ਨੇ ਉਹ ਪਰਿਵਾਰਕ ਜੀਆਂ ਵੱਲੋਂ ਗਲਤ ਲਗਾਏ ਜਾ ਰਹੇ ਨੇ। ਅਸੀਂ ਪੂਰਾ ਸਾਥ ਦੇ ਰਹੇ ਹਾਂ, ਅਸੀਂ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੋ ਕੇ ਕੰਮ ਕਰ ਰਹੇ ਹਾਂ, ਪਰ ਇਹ ਜਿੰਨੇ ਵੀ ਆਰੋਪ ਲਗਾਏ ਗਏ ਨੇ ਇਹ ਸਾਰੇ ਗਲਤ ਨੇ। ਸੋ ਪਤਾ ਨਹੀਂ ਮਾਮਲਾ ਕੀ ਹੈ, ਵਿੱਚੋਂ ਕੀ ਨਿਕਲ ਕੇ ਗੱਲ ਸਾਹਮਣੇ ਆਉਂਦੀ ਹੈ, ਕਿਉਂਕਿ ਜਿੱਥੋਂ ਤੱਕ ਖਬਰਾਂ ਦੀ ਗੱਲ ਹੈ ਟਾਣਾ ਸਾਹਿਬ, ਖਬਰਾਂ ਦੇ ਵਿੱਚ ਆਪਾਂ ਵੇਖਦੇ ਰਹੇ ਹਾਂ ਕਿ 2 ਜਿਹੜੇ ਸੀਗੇ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ, ਉਸ ਤੋਂ ਇਲਾਵਾ ਬਾਕੀਆਂ ਦੀ ਗ੍ਰਿਫਤਾਰੀ ਹੋਈ। ਹੁਣ ਪਰਿਵਾਰਕ ਜੀ ਇਹ ਕਹਿੰਦੇ ਨੇ ਕਿ ਜਿਹੜੇ ਹੋਰ ਨਾਲ ਜੁੜੇ ਹੋਏ ਲੋਕ ਸੀ ਉਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ, ਉਹਨਾਂ ਨੂੰ ਵੀ ਫੜਿਆ ਜਾਣਾ ਚਾਹੀਦਾ। ਹੁਣ ਵਾਕਈ ਹਰ ਇੱਕ ਬੰਦਾ ਇਹ ਚਾਹੁੰਦਾ ਇਨਸਾਫ ਹੋਵੇ ਤੇ ਛੇਤੀ ਹੋਵੇ, ਹਰ ਇੱਕ ਬੰਦਾ ਇਨਸਾਫ ਦੀ ਉਡੀਕ ਦੇ ਵਿੱਚ ਹੈ। ਵੇਖਦੇ ਹਾਂ ਕਿ ਇਨਸਾਫ ਕਦੋਂ ਮਿਲਦਾ। ਬਿਲਕੁਲ ਜੀ, ਇਨਸਾਫ ਕਿਸੇ ਵੀ ਮਾਮਲੇ ਦੇ ਵਿੱਚ ਵੇਲੇ ਸਿਰ ਮਿਲਣਾ ਚਾਹੀਦਾ। ਸਿਰਫ ਇਹ ਮਾਮਲਾ ਹੀ ਨਹੀਂ, ਬਾਕੀ ਮਾਮਲਿਆਂ ਦੇ ਵਿੱਚ ਵੀ ਹਰ ਥਾਂ ਦੇ ਉੱਤੇ ਵੇਲੇ ਸਿਰ ਇਨਸਾਫ ਜੇਕਰ ਮਿਲੇ ਤਾਂ ਸੰਬੰਧਿਤ ਪੀੜਤ ਧਿਰ ਦੀ ਮਨ ਨੂੰ ਮਾੜੀ ਮੋਟੀ ਸੰਤੁਸ਼ਟੀ ਹੁੰਦੀ ਹੈ ਵੀ ਚਲੋ ਯਾਰ ਜੋ ਵਾਪਰਿਆ ਉਹ ਤਾਂ ਵਾਪਰਿਆ, ਪਰ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਆ ਉਹਨਾਂ ਦੇ ਨਾਲ ਵੀ ਪੁਲਿਸ ਨੇ, ਸਰਕਾਰ ਨੇ ਨਜਿੱਠਿਆ ਜੀ। ਪਰ ਸਾਡੇ ਇੱਥੇ ਇਨਸਾਫ ਝੋਲ ਮਾਰ ਜਾਂਦਾ। ਇਸ ਝੋਲ ਦੇ ਕਰਕੇ ਮਨ ਦੇ ਵਿੱਚ ਹੋਰ ਜਿਹੜੇ ਆ ਉਹ ਤੌਖਲੇ ਪੈਦਾ ਹੁੰਦੇ ਆ ਜੀ। ਪਰਿਵਾਰਕ ਜੀਆਂ ਦਾ ਜਿਹੜਾ ਘਾਟਾ ਹੈ ਪਰਿਵਾਰ ਦੇ ਲਈ ਉਹ ਕਦੇ ਖਤਮ ਨਹੀਂ ਹੁੰਦਾ, ਉਹ ਘਾਟਾ ਕਦੇ ਨਹੀਂ ਭਰ ਸਕਦਾ। ਪਰ ਜਦੋਂ ਇਨਸਾਫ ਮਿਲ ਜਾਂਦਾ ਥੋੜੀ ਤਸੱਲੀ ਹੁੰਦੀ ਹੈ ਕਿ ਜੇਕਰ ਸਾਡੇ ਪਰਿਵਾਰਕ ਜੀ ਨਾਲ ਇਹਨਾਂ ਨੇ ਕੁਝ ਮਾੜਾ ਕੀਤਾ ਸੀ ਤਾਂ ਉਹਦਾ ਇਨਸਾਫ ਮਿਲਿਆ ਸਾਨੂੰ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਮੈਂ ਇੱਕ ਗੱਲ ਹੋਰ ਦੱਸ ਦਿਆਂ ਥੋੜੀ ਜੀ, ਕਿਉਂਕਿ ਤੁਸੀਂ ਕਹੋਗੇ ਵੀ ਹਰ ਗੱਲ ਦੇ ਵਿੱਚ ਹੁਣ ਜਿੱਥੋਂ ਆਏ ਆ ਉਹਦਾ ਜ਼ਿਕਰ ਕਰ ਰਿਹਾ। ਬਹੁਤ ਸਾਰੇ ਪੰਜਾਬੀਆਂ ਨੇ, ਭੈਣਾਂ ਵੀਰਾਂ ਨੇ ਇਹ ਸਵਾਲ ਕੀਤੇ ਕਿ ਪੰਜਾਬ ਦੀ ਸਰਕਾਰ ਕਿਵੇਂ ਕੰਮ ਕਰ ਰਹੀ ਹੈ ਜੀ। ਪੰਜਾਬ ਦੀ ਸਰਕਾਰ ਕੁਝ ਕਰ ਰਹੀ ਹੈ ਜਾਂ ਨਹੀਂ ਕਰ ਰਹੀ, ਪੰਜਾਬ ਦੀ ਸਰਕਾਰ ਕੁਝ ਕਰ ਸਕੂਗੀ ਜਾਂ ਨਹੀਂ, ਪੰਜਾਬ ਦੀ ਸਰਕਾਰ ਦੀ ਕਹਿਣੀ ਤੇ ਕਰਨੀ ਇੱਕ ਸਮਾਨ ਹੈ ਕਿ ਨਹੀਂ। ਇਹ ਹਵਾ ਦੇ ਵਿੱਚ ਹੀ ਗੱਲਾਂ ਜਾਂ ਜ਼ਮੀਨ ਦੇ ਉੱਤੇ ਵੀ ਹੈਗੀਆਂ। ਮੈਂ ਤਾਂ ਉੱਤਰ ਇਹ ਦੇ ਕੇ ਆਇਆ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਜੇਕਰ ਸਰਕਾਰੀ ਅਧਿਕਾਰੀ ਵੀ ਸੁਣਦੇ ਆ ਉਹਨਾਂ ਨੂੰ ਬੇਨਤੀ ਹੈ ਜੀ ਕਿ ਇਸ ਗੱਲ ਤੇ ਗੌਰ ਕਰਿਓ ਕਿ ਮੈਂ ਉੱਤਰ ਇਹ ਦੇ ਕੇ ਆਇਆ ਵੀ 5 ਕੁ ਮਹੀਨੇ ਹੋਏ ਸਰਕਾਰ ਬਣੀ ਨੂੰ, ਨਾ ਤਾਂ ਇਹ ਗੱਲ ਕਹਿ ਸਕਦੇ ਵੀ ਇਹਨਾਂ ਨੇ ਬਹੁਤ ਕਮਾਲ ਕਰਤੀ, ਨਾ ਇਹ ਗੱਲ ਕਹਿੰਦੇ ਵੀ ਕੱਖ ਨਹੀਂ ਕੀਤਾ। 7 ਮਹੀਨਿਆਂ ਦੇ ਵਿੱਚ ਸਾਰੀ ਤਸਵੀਰ ਸਾਫ਼ ਹੋਊਗੀ, ਯਾਨੀ ਕਿ 1 ਸਾਲ ਦੇ ਵਿੱਚ ਪਤਾ ਲੱਗੂਗਾ ਵੀ ਕਿੰਨੇ ਕੁ ਪਾਣੀ ਦੇ ਵਿੱਚ ਹੈ ਤੇ ਕੁਝ ਕਰਦੇ ਆ ਕਿ ਨਹੀਂ ਕਰਦੇ, ਤੇ ਕੁਝ ਕਰਕੇ ਦਿਖਾਇਓ। ਇਹ ਬੇਨਤੀ ਆ। ਜਿਹੜੇ ਵਿਦੇਸ਼ਾਂ ਦੇ ਵਿੱਚ ਭੈਣਾਂ ਵੀਰ ਬੈਠੇ ਆ ਉਹ ਕੰਮ ਭਾਵੇਂ ਉੱਥੇ ਕਰਦੇ ਆ ਪਰ ਪੰਜਾਬ ਦੇ ਬਾਰੇ ਹੀ ਸੋਚਦੇ ਆ ਜੀ। ਸੁਪਨਾ ਉਹਨਾਂ ਨੂੰ ਪੰਜਾਬ ਦਾ ਹੀ ਆਉਂਦਾ, ਭਾਵੇਂ 50-50 ਸਾਲ ਉੱਥੇ ਗਿਆ ਨੂੰ ਕਿਉਂ ਨਾ ਹੋ ਗਏ ਹੋਣ। ਉਹ ਇਹ ਚਾਹੁੰਦੇ ਜੀ ਕਿ ਸਾਡਾ ਉਹ ਪੰਜਾਬ ਜਿੱਥੇ ਅਸੀਂ ਜੰਮੇ, ਜਿੱਥੇ ਸਾਡੇ ਪੁਰਖੇ ਜੰਮੇ, ਜਿੱਥੇ ਉਹਨਾਂ ਦੀ ਮੌਤ ਹੋਈ, ਉਸ ਪੰਜਾਬ ਦਾ ਕੁਝ ਸਮਰੇ ਤੇ ਕੁਝ ਸੰਵਾਰ ਦਿਓ ਜੀ। ਬਿਲਕੁਲ, ਇਹ ਗੱਲਾਂ ਦੇ ਵਿੱਚ ਹੀ ਨਾ ਰਹਿ ਜੇ ਸਾਰਾ ਕੁਝ। ਇੰਨੇ ਸਾਲਾਂ ਤੋਂ ਲੋਕ ਜਿਹੜੇ ਸਿਰਫ ਗੱਲਾਂ ਹੀ ਸੁਣਦੇ ਆਏ ਨੇ ਵਿਚਾਰੇ ਵੀ ਆਹ ਕਰ ਦਿਆਂਗੇ, ਆਹ ਹੋ ਜਾਊਗਾ, ਇਦਾਂ ਹੋ ਜਾਊਗਾ, ਇਦਾਂ ਹੋ ਜਾਊਗਾ, ਪਰ ਉਹਨਾਂ ਨੂੰ ਮਿਲਿਆ ਕੱਖ ਨਹੀਂ ਹੈ। ਤੇ ਜੇ ਹੁਣ ਲੋਕਾਂ ਨੇ ਤੁਹਾਡੇ ਕੋਲੋਂ ਉਮੀਦ ਰੱਖੀ ਹੈ ਕਿ ਸ਼ਾਇਦ ਲੋਕੀ ਜੇ ਇਹ ਸੋਚ ਕੇ ਤੁਹਾਡੇ ਵੱਲ ਨੂੰ ਝੁਕੇ ਸੀ ਵੀ ਉਹਨਾਂ ਦੋਹਾਂ ਤੋਂ ਬਾਅਦ ਹੁਣ ਚਲੋ ਤੁਹਾਨੂੰ ਮੌਕਾ ਦੇ ਕੇ ਦੇਖਦੇ ਆ, ਤਾਂ ਲੋਕਾਂ ਨੂੰ ਝੂਠਾ ਨਾ ਪਾ ਦਿਓ। ਹੁਣ ਕੁਝ ਕਰਕੇ ਵੀ ਦਿਖਾਓ। ਗੱਲਾਂ ਬਹੁਤ ਅਸੀਂ ਸੁਣ ਲਈਆਂ, ਕੰਮ ਹੋਣਾ ਚਾਹੀਦਾ। ਤੇ ਭਗਵੰਤ ਮਾਨ ਨੇ ਇੱਕ ਗੱਲ ਕਹੀ ਆ, ਉਹ ਕਹਿੰਦੇ ਵੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸੀ ਉਬਲਦੇ ਫਿਰਦੇ ਆ। ਉਹ ਕਹਿੰਦੇ ਪਹਿਲਾਂ ਕਾਂਗਰਸੀ ਕਹਿੰਦੇ ਹੁੰਦੇ ਸੀ ਵੀ ਫੜਦੇ ਕਿਉਂ ਨਹੀਂ, ਜਿਹੜਾ ਕਸੂਰਵਾਰ ਫੜ ਲਓ ਫੜ ਲਓ ਫੜ ਲਓ, ਤੇ ਹੁਣ ਅਸੀਂ ਫੜ ਲਿਆ ਫਿਰ ਹੁਣ ਚੀਕਾ ਮਾਰਦੇ ਆ। ਅੱਛਾ ਜੀ। ਉਹਨਾਂ ਨੇ ਗੱਲ ਕਹੀ ਹੈ ਜੀ ਕਿ ਹਾਲੇ ਹੋਰ ਕਈ ਅੜਿੱਕੇ ਦੇ ਵਿੱਚ ਆਉਣੇ ਆ। ਭਗਵੰਤ ਮਾਨ ਨੇ ਗੱਲ ਕਹੀ ਹੈ ਵੀ ਜਿਹੜੇ ਬੰਦੇ ਵੀ ਗਲਤ ਆ ਉਹਨਾਂ ਬੰਦਿਆਂ ਨੂੰ ਅਸੀਂ ਫੜ ਲੈਣਾ। ਇਹ ਹੁਣ ਸਮਾਂ ਦੱਸੂਗਾ ਵੀ ਜਿਹੜੇ ਭਾਰਤ ਭੂਸ਼ਣ ਆਸ਼ੂ ਸਾਬਕਾ ਮੰਤਰੀ ਸਾਹਿਬ ਆ ਇਹ ਸਬੂਤ ਦੇ ਆਧਾਰ ਦੇ ਉੱਤੇ ਕਿਵੇਂ ਦੋਸ਼ੀ ਸਾਬਤ ਹੁੰਦੇ ਆ, ਕਿਉਂਕਿ ਸਾਧੂ ਸਿੰਘ ਧਰਮਸੋਤ ਜੇਲ੍ਹ ਦੇ ਵਿੱਚ ਆ ਜੀ, ਨਵਜੋਤ ਸਿੰਘ ਸਿੱਧੂ ਵੱਖਰੇ ਮਾਮਲੇ 'ਚ ਜੇਲ੍ਹ 'ਚ ਆ, ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਆ, ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਤੇ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੂੰ ਜ਼ਮਾਨਤ ਮਿਲ ਗਈ ਆ, ਗਿਲਜੀਆਂ ਸਾਹਿਬ ਮਿਲ ਨਹੀਂ ਰਹੇ। ਤੇ ਪਤਾ ਲੱਗਾ ਜੀ ਕਿ ਇੱਕ ਜਿਹੜਾ ਸਾਬਕਾ ਮੰਤਰੀ ਆ ਤੇ ਉਹ ਆਸਟ੍ਰੇਲੀਆ ਵੱਲ ਚਲਾ ਗਿਆ, ਇੱਕ ਜਿਹੜਾ ਸਾਬਕਾ ਵਿਧਾਇਕ ਉਹ ਕੈਨੇਡਾ ਵੱਲ ਚਲਾ ਗਿਆ, ਇੱਕ ਤਾਂ ਇਹ ਵੀ ਪਤਾ ਲੱਗਾ ਜੀ ਕਿ ਪੰਜਾਬ ਦਾ ਵੱਡਾ ਨੇਤਾ ਉਹ ਨੇਪਾਲ ਰਾਹੀਂ ਵੀ ਬਾਹਰ ਨੂੰ ਚਲਾ ਗਿਆ। ਅੱਛਾ ਜੀ। ਸੋ ਇਦਾਂ ਦੀਆਂ ਖਬਰਾਂ ਭਾਈ ਪ੍ਰਾਪਤ ਹੋ ਰਹੀਆਂ। ਬਾਕੀ ਸਮਾਂ ਦੱਸੋ ਬਣਦਾ ਕੀ ਆ। ਬਿਲਕੁਲ, ਕੋਈ ਇੰਗਲੈਂਡ ਗਿਆ ਨਹੀਂ ਮੁੜਿਆ, ਕੋਈ ਕਿਤੇ ਗਿਆ ਨਹੀਂ ਮੁੜਿਆ, ਪਤਾ ਹੀ ਨਹੀਂ ਲੱਗਿਆ ਵੀ ਛੱਲਾ ਮੁੜ ਕੇ ਹੀ ਨਹੀਂ ਆਇਆ। ਛੱਲਾ ਸੱਚੀ ਨਹੀਂ ਮੁੜ ਕੇ ਆ ਰਿਹਾ। ਛੱਲੇ ਦੇ ਤਰਲੇ ਕਰੀਦੇ ਵੀ ਭਾਈ ਇੱਥੇ ਤੇਰੀ ਤਰੀਕ ਆ, ਛੱਲਾ ਸਾਹਿਬ ਆ ਜਾਓ, ਨਾ ਮੰਨਦਾ ਹੀ ਨਹੀਂ। ਇਹ ਛੱਲਾ ਨਹੀਂ ਮੁੜਦਾ। ਇੱਕ ਜਿਹੜੇ ਸਾਡੇ ਵਾਲੇ ਆ ਜੀ, ਜਿਹੜੇ 2-2 ਥਾਵਾਂ ਤੋਂ ਚੋਣ ਲੜ ਕੇ ਗਏ ਸੀ, ਉਹ ਜਨਾਬ ਨਹੀਂ ਮੁੜ ਰਹੇ। ਬਿਲਕੁਲ, ਪਤਾ ਹੀ ਨਹੀਂ, ਉਹ ਤਾਂ ਰਾਜਨੀਤੀ ਚੋਂ ਗਾਇਬ ਹੀ ਹੋ ਗਏ ਟਾਣਾ ਸਾਹਿਬ, ਪਤਾ ਨਹੀਂ ਕਿੱਥੇ ਗਏ। ਉਹ ਗਾਇਬ ਆ। ਜਿਹੜੇ ਛੱਲੇ ਇੱਥੇ ਆਏ ਆ ਉਹ ਵੀ ਕੁਝ ਨਹੀਂ ਕਰ ਰਹੇ। ਬਿਲਕੁਲ, ਛੱਲਾ ਰਹਿ ਗਿਆ ਕੱਲਾ, ਸਾਡਾ ਛੱਲਾ ਰਹਿ ਗਿਆ ਕੱਲਾ। ਸੱਜਣ ਭੁੱਲ ਗਏ ਆ, ਸੱਚੀ ਮੁੱਚੀ ਭੁੱਲੇ ਜੇ ਪਏ ਆ ਜੀ। ਸਾਡੀ ਕੋਈ ਪਾਰਟੀ ਵੀ ਹੈਗੀ ਆ, ਅਸੀਂ ਕਦੇ ਮੰਤਰੀ ਵੀ ਹੁੰਦੇ ਸੀ, ਅਸੀਂ ਕਦੇ ਵਿਧਾਇਕ ਹੁੰਦੇ ਸੀ, ਸਾਡੀ ਕਦੇ ਤੂਤੀ ਵੀ ਹੁੰਦੀ ਸੀ। ਹਾਂ ਬਿਲਕੁਲ ਸਹੀ ਹੈ। ਪਰ ਮੈਂ ਤਾਂ ਇਹ ਵੀ ਖਬਰ ਸੁਣੀ ਹੈ ਟਾਣਾ ਸਾਹਿਬ, ਕਹਿੰਦੇ ਬਹੁਤੇ ਜਿਹੜੇ ਹੈਗੇ ਨੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਅੱਜ ਕੱਲ, ਕਿਉਂਕਿ ਪਤਾ ਹੀ ਨਹੀਂ ਕਿਹਦੇ ਨਾਲ ਕੀ ਹੋ ਜਾਣਾ। ਛੱਲੇ ਸੌਂਦੇ ਨਹੀਂਗੇ ਨਾ, ਛੱਲੇ ਸੌਂਦੇ ਕੱਲੇ ਸੌਂਦੇ ਨਹੀਂਗੇ, ਛੱਲਾ ਨੀਂਦਰਾਂ ਵੀ ਭੁੱਲ ਗਿਆ। ਹਾਂ,
ਜੱਜ ਦਾ ਵਿਚਾਰ। ਸਿਰਫ ਮੈਂ ਹੀ ਨਹੀਂ ਪਰੇਸ਼ਾਨ ਵੀ ਇੱਥੇ ਤੁਸੀਂ ਮੈਨੂੰ ਵਾਰ-ਵਾਰ ਛੇੜਦੇ। ਮੈਂ ਇੱਕ ਹੋਰ ਦੱਸਦਾ, ਜਿੱਥੇ ਵੀ ਅਸੀਂ ਗਏ ਆ ਇਹਨਾਂ ਨੇ ਮੇਰੀ ਗੱਲ ਇਹ ਬਹੁਤ ਪ੍ਰਚਾਰੀ ਆ ਵੀ ਟੈਣਾ ਸਰ ਦੇ ਮੁਹੱਲੇ 'ਚ ਕੁੱਤੇ ਬੜੇ ਰਹਿੰਦੇ ਆ, ਇਹ ਕੁੱਤੇ ਬੜੇ ਭਜਾਉਂਦੇ ਆ। ਮੈਂ ਨਹੀਂ ਪ੍ਰਚਾਰੀ ਟਾਣਾ ਸਾਹਿਬ, ਅਸਲ ਗੱਲ ਇਹ ਹੈ ਵੀ ਅਸੀਂ ਜਿੱਥੇ ਵੀ ਗਏ ਉੱਥੇ ਸਾਰਿਆਂ ਨੇ ਇਹ ਗੱਲ ਜ਼ਰੂਰ ਪੁੱਛੀ ਵੀ ਟਾਣਾ ਸਾਹਿਬ ਤੁਸੀਂ ਆ ਗਏ, ਪਿੱਛੇ ਉਹਨਾਂ ਦਾ ਕੀ ਹਾਲ ਹੈ। ਹਾਂ ਦੱਸੋ ਫਿਰ, ਸੱਚੋ ਸੱਚ ਦੱਸੋ ਟਾਣਾ ਸਾਹਿਬ, ਜਦੋਂ ਦਿੱਲੀੋਂ ਚੜਨ ਲੱਗੇ ਸੀ ਮੋਰੇ ਸੀ ਕਿ ਨਹੀਂ, ਤੇ ਜਦੋਂ ਦਿੱਲੀ ਉਤਰੇ ਆ ਮੋਰੇ ਸੀ ਏਅਰਪੋਰਟ ਕਿ ਦੇ ਨਹੀਂ? ਬਾਹਰ ਵੀ ਸੁੱਤੇ ਪਏ। ਪਹਿਲਾਂ ਤਾਂ ਮੈਂ ਸੋਚਿਆ, ਮੈਂ ਕਿਹਾ ਵੀ ਸ਼ਾਇਦ ਇਹ ਸੁਰੱਖਿਆ ਵਾਲੇ ਹੋਣਗੇ। ਫਿਰ ਮੈਂ ਕਿਹਾ ਵੀ ਜਿੰਨੀਆਂ ਲੰਮੀਆਂ ਤਾਣ ਕੇ ਸੁੱਤੇ ਸੁਰੱਖਿਆ ਵਾਲੇ ਤਾਂ ਲੱਗਦੇ ਨਹੀਂ, ਇਹਨਾਂ ਕੋਲੋਂ ਆਪਦੀ ਸੁਰੱਖਿਆ ਯਕੀਨੀ ਬਣਾਓ। ਬਿਲਕੁਲ ਸਹੀ ਹੈ। ਤੇ ਜਦੋਂ ਉਤਰੇ ਆ ਉਦੋਂ ਵੀ ਮੋਰੇ ਸੀ, ਉਦੋਂ ਵੀ ਦਰਸ਼ਨ ਦਿੱਤੇ ਉਹਨਾਂ ਨੇ। ਜੀ ਤੇ ਫਿਰ ਹੁਣ ਜਦੋਂ ਜਾਣਾ ਘਰੇ ਤੇ ਉਦੋਂ ਵੀ ਇਹੀ ਹੋਣਾ। ਹਾਂ ਤੇ ਫਿਰ ਅਸੀਂ ਕਿਉਂ ਨਾ ਕਹੀਏ ਜੀ ਵੀ ਅਸੀਂ ਕੁੱਤਾ ਪੀੜਤ ਹਾਂ। ਹਾਂ ਅਸੀਂ ਪਰੇਸ਼ਾਨ ਹਾਂ ਹਾਂ। ਜੀ, ਪਰ ਕੱਲੇ ਤੁਸੀਂ ਪਰੇਸ਼ਾਨ ਨਹੀਂ ਹੋ, ਇੱਧਰ ਜਰਮਨੀ 'ਚ ਵੀ ਲੋਕ ਬੜੇ ਪਰੇਸ਼ਾਨ ਜਰਮਨੀ ਨੇ। ਚ ਕੁੱਕੜ, ਜਰਮਨੀ ਦੇ ਵਿੱਚ ਇੱਕ ਟੱਬਰ ਕੁੱਕੜ ਤੋਂ ਪਰੇਸ਼ਾਨ ਆ, ਅਦਾਲਤ ਦਾ ਦਰਵਾਜ਼ਾ ਖੜਕਾਤਾ। ਜੀ ਬਿਲਕੁਲ। ਦੇਖੋ ਵੀ ਗੱਲ ਇਹ ਆ ਵੀ ਕੁੱਕੜ ਵੀ ਕੋਈ ਸੱਭਿਅਕ ਹੋਵੇ ਨਾ, ਐ ਥੋੜੀ ਵੀ ਆਪਦੀਆਂ ਬਾਂਗਾਂ ਨਾਲ ਮਹੱਲੇ ਨੂੰ ਚੀਕਾਂ ਕਢਾ ਦਈਏ। ਨਹੀਂ, ਸੱਭਿਆ ਕੁੱਕੜ ਕਿੱਦਾਂ ਦਾ ਹੁੰਦਾ ਮੈਨੂੰ ਦੱਸੋ। ਉਹ ਤਰੀਕੇ ਦੇ ਨਾਲ ਵੀ ਨਿੱਕੀ ਜੀ ਬਾਂਗ ਦੇ ਵਿੱਚ ਟੱਬਰ ਦੇ ਜੀ ਉੱਠਣ, ਜਿਹਦਾ ਕੁਕੂ ਏਦਾਂ ਬਸ। ਹਾਂ ਕੋਲੇ ਜਿਹਾ ਕਰ ਲਵੇ। ਅੱਛਾ ਅੱਛਾ, ਕੱਲੇ ਕੱਲੇ ਜੀ ਦੇ ਕੰਨ 'ਚ। ਹਾਂ ਪਰ ਜਦੋਂ ਉੱਠ ਵੀ ਖੜੇ ਤੇ ਰਾਤ ਤੱਕ ਬਾਂਗਾਂ ਨਾ ਦੇਣੋਂ ਹਟੇ ਤੇ ਫਿਰ ਤਾਂ ਭਾਈ ਨੂੰ ਹਟਾਉਣਾ ਹੀ ਪੈਣਾ ਕਿਸੇ ਹਿਸਾਬ ਨਾਲ। ਨਹੀਂ ਤੇ ਟਾਣਾ ਸਾਹਿਬ, ਕੁੱਕੜ ਨੂੰ ਕੋਈ ਸਮੱਸਿਆ ਹੋ ਸਕਦੀ ਹੈ, ਉਹਦਾ ਕੁਝ ਦੁਖਦਾ ਹੋ ਸਕਦਾ, ਉਹਦਾ ਵੀ ਢਿੱਡ ਦੁਖਦਾ ਹੋ ਸਕਦਾ। ਅੱਛਾ, ਜਿਹੜਾ ਵਿਚਾਰਾ ਚੀਕੀ ਜਾਂਦਾ ਹੈ, ਬੋਲੀ ਜੇ ਜਾਂਦਾ ਹੈ। ਲਗਾਤਾਰ ਹੀ ਕਈ ਮਹੀਨੇ ਤੋਂ ਢਿੱਡ ਦੁਖਦਾ, ਹਾਂ ਫਿਰ ਆਦਤ ਪੈ ਗਈ ਉਹਨੂੰ। ਆਦਤ ਪੈ ਗਈ ਨਾ। ਹਾਂ ਫਿਰ ਇਹਨੂੰ ਆਦਤ ਪੈ ਗਈ ਆ ਪੱਕੀ। ਪਰ ਹੁਣ ਕੀ ਅਦਾਲਤ 'ਚ ਜੇ ਮਾਮਲਾ ਚਲਾ ਗਿਆ ਤੇ ਆਦਤਾਂ ਹਟ ਜੂ? ਨਹੀਂ ਜੀ, ਉਹਨਾਂ ਨੇ ਇਹ ਗੱਲ ਕਹੀ ਹੈ ਜਿਹੜਾ ਪੀੜਤ ਪਰਿਵਾਰ ਆ। ਪਹਿਲਾਂ ਆਪਾਂ ਸਾਰੀ ਖਬਰ ਦੱਸ ਦਈਏ ਟਾਣਾ ਸਾਹਿਬ। ਅਸਲ 'ਚ ਇਹ ਖਬਰ ਪੱਛਮੀ ਜਰਮਨੀ ਤੋਂ ਆਈ ਹੈ, ਜਿੱਥੇ 76 ਸਾਲਾ ਫ੍ਰੈਡਰਿਕ ਵਿਲਹੇਮ ਤੇ ਨਾਲ ਉਹਨਾਂ ਦੀ ਪਤਨੀ ਜੁਟਾ, ਉਹ ਬਹੁਤ ਪਰੇਸ਼ਾਨ ਹੈ, ਬਹੁਤ ਪਰੇਸ਼ਾਨ ਹੈ ਕਿਉਂਕਿ ਇੱਕ ਕੁੱਕੜ ਹੈ ਕਹਿੰਦੇ ਉੱਥੇ ਰਹਿੰਦਾ, ਗਵਾਂਢੀਆਂ ਦਾ ਜੀ, ਤੇ ਉਹ ਬਾਂਗਾਂ ਦੇਣੋਂ ਹੀ ਨਹੀਂ ਹਟਦਾ, ਬੋਲਦਾ ਹੀ ਰਹਿੰਦਾ, ਬੋਲਦਾ ਹੀ ਰਹਿੰਦਾ, ਬੋਲਦਾ ਹੀ ਰਹਿੰਦਾ। ਉਹ ਕਹਿੰਦੇ ਵੀ ਭਾਈ ਇਸ ਮੁਹੱਲੇ ਦੇ ਵਿੱਚੋਂ ਆਲੇ ਦੁਆਲੇ ਦੇ 2-3 ਘਰ ਛੱਡ ਕੇ ਤੇ ਗਵਾਂਢੀ ਚਲੇ ਗਏ ਆ, ਉਹ ਕਿਤੇ ਹੋਰ ਰਹਿਣ ਲੱਗ ਪਿਆ ਇਹਦੇ ਕੁੱਕੜ ਕਰਕੇ। ਤੇ ਕਹਿੰਦੇ ਵੀ ਸਾਡਾ ਵੀ ਬੁਰਾ ਹਾਲ ਆ, ਨਾ ਸਾਨੂੰ ਸੌਣ ਦਿੰਦਾ, ਜਿਉਂ ਲੱਗਦਾ ਭਕਾਈ ਮਾਰਨ, ਬੋਲੀ ਜਾਂਦਾ ਇਹ, ਬਾਂਗਾਂ ਦੇਈ ਜਾਂਦਾ, ਪਤਾ ਨਹੀਂ ਕਿਹਨੂੰ ਉਠਾਉਣਾ ਚਾਹੁੰਦਾ ਇਹ। ਤੇ ਜੇ ਤਾਂ ਉਹਦਾ ਉੱਥੇ ਮੈਂ ਤਾਂ ਮੈਂ ਤਾਂ ਉਹਨਾਂ ਨੂੰ ਰਾਏ ਦੇ ਦੇਣੀ ਸੀ ਵੀ ਕਿਸੇ ਨਾ ਕਿਸੇ ਦਿਨ ਤੇ ਕੁੱਕੜ ਦਾ ਫਿਰ ਕਰੋ ਕੁਛ ਨਾ ਕੁਛ ਸੋਚੋ। ਹਾਂ ਜਦੋਂ ਹਟਦਾ ਹੀ ਨਹੀਂ, ਗਵਾਂਢੀਆਂ ਨੂੰ 3600 ਵਾਰੀ ਕਿਹਾ ਤੇ ਫਿਰ ਕੁਛ ਨਾ ਕੁਛ ਸੋਚਣਾ ਪੈਣਾ ਇਹਦੇ ਬਾਰੇ। ਕੀ ਸੋਚ ਲੈਣ? ਉਹ ਤਰੀਕੇ ਹੁੰਦੇ ਕਈ। ਮਾੜੀ ਗੱਲ ਹੈ, ਤਰੀਕੇ ਹੁੰਦੇ ਆ। ਇਹ ਮਾੜੀ ਗੱਲ ਹੈ ਟਾਣਾ ਸਾਹਿਬ, ਗਲਤ ਸਲਾਹਾਂ ਦੇ ਰਹੇ ਹੋ ਤੁਸੀਂ। ਹਾਂ ਜੇ ਇਦਾਂ ਹੀ ਉਹਨਾਂ ਨੇ ਕਰਨਾ ਹੁੰਦਾ ਤਾਂ ਤੁਹਾਨੂੰ ਕੀ ਲੱਗਦਾ ਉਹਨਾਂ ਦੇ ਦਿਮਾਗ 'ਚ ਨਾ ਆਇਆ ਹੋਊਗਾ ਵੀ ਆਹ ਕੰਮ ਕਰਦੀ ਹੈ? ਉਹ ਵਿਲੀਅਮ ਸਾਹਿਬ ਨੇ, ਉਹ ਜੁਟਾ ਉਹਨਾਂ ਦੀ ਘਰ ਵਾਲੀ ਆ। ਵਿਲੀਅਮ ਨਹੀਂ ਆ ਉਹ, ਹਾਂ ਫ੍ਰੈਡਰਿਕ ਵਿਲਹੇਮ ਸਾਹਿਬ ਨੇ। ਉਹਨਾਂ ਨੂੰ ਇਹ ਗੱਲ ਨਹੀਂ ਸੁੱਝੀ। ਅੱਛਾ, ਉਹਨਾਂ ਨੂੰ ਚਾਹੀਦਾ ਸੀ ਹੁਣ ਤੱਕ ਤਾਂ ਐ ਕਰੋ ਫਿਰ ਤੁਹਾਡਾ ਇੱਕ ਜਰਮਨ ਦਾ ਗੇੜਾ ਲਵਾਉਣੇ ਆ ਹੁਣ, ਲਵਾ ਲਓ ਤੇ ਜਾ ਕੇ ਉੱਥੇ ਜ਼ਰੂਰ। ਜੁਟਾ ਨੂੰ ਤੇ ਵਿਲਹੇਮ ਨੂੰ ਤਾਂ ਨਹੀਂ ਸਮੱਸਿਆ ਆਉਣ ਦਿੰਦਾ, ਬਾਕੀਆਂ ਦਾ ਪਤਾ ਨਹੀਂ, ਬਾਕੀਆਂ ਦਾ ਪਤਾ ਕੋਈ ਨਹੀਂ। ਪਰ ਖੈਰ ਇਹ ਮਾਮਲਾ ਹੁਣ ਅਦਾਲਤ ਦੇ ਵਿੱਚ ਗਿਆ। ਅਦਾਲਤ ਦੇ ਵੱਲੋਂ ਹੁਣ ਉਸ ਟੱਬਰ ਦੇ ਉੱਤੇ ਕੀ ਫੈਸਲਾ ਸੁਣਾਇਆ ਜਾਊਗਾ ਜਿਨ੍ਹਾਂ ਨੇ ਕੁੱਕੜ ਰੱਖਿਆ, ਇਹ ਸਮਾਂ ਦੱਸੂਗਾ। ਭਲੇ ਲੋਕ ਆ ਵੀ ਜਿਨ੍ਹਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ, ਆਪਣੇ ਹੁੰਦਾ ਹੁਣ ਨੂੰ ਡਾਂਗਾਂ ਚੱਲ ਜਾਣੀਆਂ ਸੀ, ਇੱਕ ਦੂਜੇ ਦਾ ਸਿਰ ਪਾੜਿਆ ਹੋਣਾ ਸੀ, ਹੁਣ ਨੂੰ ਤਾਂ ਹੋਰ ਹੀ ਕਈ ਮਸਲੇ ਬਣੇ ਹੋਣੇ ਸੀ। ਜਾਂ ਸਿਰ ਪਾੜਿਆ ਹੋਣਾ ਸੀ ਜਾਂ ਢਕਾਰ ਮਾਰਿਆ ਹੋਣਾ ਸੀ। ਹਾਂ, ਦੋਵਾਂ 'ਚ ਇੱਕ ਚੀਜ਼ ਤਾਂ ਪੱਕੀ ਸੀ ਜੀ। ਤੇ ਆਪਾਂ ਹੁਣ ਚੱਲੀਏ ਟਾਣਾ ਸਾਹਿਬ, ਆਪਾਂ ਹੁਣ ਚੱਲਦੇ ਜੀ। ਤੇ ਭੈਣਾ ਵੀਰ ਇਹ ਗੱਲ ਕਹਦੇ ਆ ਵੀ ਸਾਡੇ ਵਾਲੇ ਪਾਸੇ ਕਦੋਂ ਆਉਂਗੇ ਜੀ, ਵੀ ਸਾਡੇ ਵਾਲੇ ਪਾਸੇ ਵੀ ਆਓ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਪਿਆਰ ਕਰਦੇ ਹੋ, ਤੁਸੀਂ ਜਦੋਂ ਬੁਲਾਓਗੇ ਅਸੀਂ ਆ ਜਾਾਂਗੇ, ਤੁਸੀਂ ਹੁਕਮ ਕਰੋ। ਹਾਂ ਵੀਜ਼ੇ ਵਾਲੀ ਗੱਲ ਹੁੰਦੀ ਆ। ਹਾਂਜੀ, ਅਸੀਂ ਆ ਗਏ, ਆਏ ਲਓ। ਹਾਂ ਤੇ ਆਪਾਂ ਹੁਣ ਚੱਲੀਏ। ਫਿਲਹਾਲ ਅਸੀਂ ਚੱਲਦੇ ਹਾਂ ਜੀ, ਜਾਣ ਦਾ ਵੇਲਾ ਹੋ ਗਿਆ, ਪਰ ਆਪਣੀ ਪ੍ਰਤੀਕਿਰਿਆ ਸਾਡੇ ਤੇ ਜ਼ਰੂਰ ਪਹੁੰਚਾਇਓ। ਫਿਰ ਮਿਲਾਂਗੇ, ਦਿਓ ਇਜਾਜ਼ਤ ਸਾਨੂੰ ਦੋਵਾਂ ਨੂੰ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਹਾਜ਼ਰ ਹੈ ਜੱਜ ਦਾ ਵਿਚਾਰ।